ਜੀ। ਸ਼੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ, ਯੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰਾਂ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਤਿਹਾਵੋ, ਹਿਰਦੈ ਤਿਹਾਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ਼੍ਰੀ ਗੁਰੂ ਹਰਗੋਬਿੰਦ ਸੁਭ ਸੁਮਤ ਪ੍ਰਕਾਸਕ। ਗੁਰੂ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੁ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ੍ਰੀ ਸਤਿਗੁਰ ਹਰਿ ਰਾਇ ਕੇ, ਨਾਏ ਧਿਆਏ ਅਗ ਜਾਏ। ਕਰ ਪਦ ਪਰ ਪ੍ਰਣਾਮ ਕੋ, ਜਿਹ ਤੇ ਨਿਧ ਸਿਧ ਆਏ। ਸ੍ਰੀ ਸਤਿਗੁਰ ਹਰਿ ਰਾਇ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਕਿਰਪਾ ਦੇ ਸਾਗਰ, ਜਾਗਦੀ ਜੋਤ,
ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਇਆ ਕਰਕੇ ਸੰਗਤ ਦਾ ਪਵਿੱਤਰ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਪਿਆਰ ਸ਼ਰਧਾ ਨਾਲ ਸਤਿਗੁਰੂ ਜੀ ਦਾ ਪਵਿੱਤਰ ਜਸ ਮਨ ਇਕਾਗਰ ਕਰਕੇ ਸਰਵਣ ਕਰੀਏ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ। ਮਹਾਨ ਕਵੀ ਚੂੜਾਮਨ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਨੂੰ ਮਨਾ ਰਹੇ ਹਨ। ਮਹਾਰਾਜ ਜੀ ਦੇ ਚਰਨਾਂ ਨੂੰ ਪਰਸਦਿਆਂ ਹੋਇਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤੱਕ ਮੰਗਲਾਚਰਨ ਕਵਿਰਾਜ ਜੀ ਦੇ ਆਪਾਂ ਪਿਆਰ ਨਾਲ ਕਥਾ ਸਰਵਣ ਕੀਤੀ ਹੈ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਰਸਦਿਆਂ ਹੋਇਆਂ ਕਵਿਰਾਜ ਨੇ ਬੇਨਤੀ ਕੀਤੀ, ਗਰੀਬ ਨਵਾਜ ਆਪ ਜੀ ਦਾ ਜੋ ਸਨੱਧ-ਬੱਧ ਤਿਆਰ ਪਰ ਤਿਆਰ ਸ਼ਸਤਰਾਂ ਦੇ ਸਹਿਤ ਪਵਿੱਤਰ ਸਰੂਪ ਹੈ। ਮਹਾਰਾਜ ਜੀ, ਮੇਰੇ ਹਿਰਦੇ ਵਿੱਚ ਆਪ ਜੀ ਦਾ ਐਸਾ ਪਵਿੱਤਰ ਸਰੂਪ ਵਸ ਜਾਵੇ ਜਿਸ ਕਰਕੇ ਕਿ ਮਹਾਰਾਜ ਲੋਕ ਪਰਲੋਕ ਸੁਖੀ ਹੋ ਜਾਣ। ਸੱਚੇ ਪਾਤਸ਼ਾਹ ਹਿਰਦੇ ਵਿੱਚ ਆਤਮਿਕ ਆਨੰਦ ਦਾ ਸੁੱਖ ਪ੍ਰਾਪਤ ਹੋਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦੀ ਉਪਮਾ ਕਰਦਿਆਂ ਹੋਇਆਂ ਕਵਿਰਾਜ ਜੀ ਨੇ ਪ੍ਰਮਾਣ ਦਿੱਤੇ ਕਿ ਕਬਲ ਫੁੱਲ ਸਤਿਗੁਰਾਂ ਜੀ ਦੇ ਚਰਨਾਂ ਦੀ ਬਰਾਬਰਤਾ ਨਹੀਂ ਕਰ ਸਕਦਾ। ਕਲਪ ਬ੍ਰਿਸ਼ ਵੀ ਮਹਾਰਾਜ ਜੀ ਦੇ ਚਰਨਾਂ ਦੀ ਬਰਾਬਰਤਾ ਨਹੀਂ ਕਰ ਸਕਦਾ। ਫਿਰ ਚਿੰਤਾਮਣੀ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਬਰਾਬਰਤਾ ਨਹੀਂ ਕਰ ਸਕਦੀ, ਕਿਉਂਕਿ ਇਹ ਸਾਰੀਆਂ ਚੀਜ਼ਾਂ ਭਾਵੇਂ ਸੋਹਣੀਆਂ ਲੱਗਦੀਆਂ, ਸੰਸਾਰ ਦੇ ਸੁੱਖ ਦੇ ਦਿੰਦੀਆਂ, ਸੰਸਾਰ ਦੇ ਪਦਾਰਥ ਪ੍ਰਾਪਤ ਹੋ ਜਾਂਦੇ ਹੈ, ਪਰ ਚਿੰਤਾਮਣੀ ਮੋਹ ਨਹੀਂ ਮਿਟਾਉਂਦੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਮੋਹ ਮੇਟ ਦਿੰਦੇ ਹੈ। ਫਿਰ ਕਲਪ ਬ੍ਰਿਸ਼ ਕਾਮਨਾ ਤਾਂ ਪੂਰੀਆਂ ਕਰ ਦਿੰਦਾ ਹੈ, ਪਰ ਮੋਕਸ਼ ਨਹੀਂ ਦੇ ਸਕਦਾ, ਗਿਆਨ ਨਹੀਂ ਦੇ ਸਕਦਾ। ਸੱਚੇ ਪਾਤਸ਼ਾਹ ਤਾਂ ਮੋਕਸ਼ ਦੇ ਗਿਆਨ ਦੇ ਦਾਤੇ ਹਨ। ਕਮਲ ਫੁੱਲ ਬੜਾ ਸੁੰਦਰ ਲੱਗਦਾ ਏ, ਪਰ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਸਾਹਮਣੇ ਉਸ ਦੀ ਵੀ ਦੁੱਤ ਸੋਭਾ ਫਿੱਕੀ ਪੈ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਸੰਸਾਰ ਦੇ ਅੰਦਰ ਮਹਾਰਾਜ ਜੀ ਪਦਾਰਥਾਂ ਵਿੱਚ ਰਹਿੰਦੇ ਹੈ। ਬਹੁਤ ਜ਼ਿਆਦਾ ਸੁੱਖਾਂ ਦੀ ਬਹੁਬਲਤਾ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਇਸ ਸੰਸਾਰ ਵਿੱਚ ਰਹਿੰਦੇ ਹੋਏ ਸਦਾ ਨਿਰਲੇਪ ਰਹਿੰਦੇ ਆ ਹਜ਼ੂਰ। ਜਦੋਂ ਜਹਾਂਗੀਰ ਬਾਦਸ਼ਾਹ ਨੇ ਆਪ ਜੀ ਨੂੰ ਪੁੱਛਿਆ ਸੀ, ਮਹਾਰਾਜ ਆਪ ਦਾ ਇੰਨਾ ਸੁੰਦਰ ਸਰੂਪ ਏ, ਸੱਚੇ ਪਾਤਸ਼ਾਹ ਕੀ ਆਪ ਜੀ ਨੂੰ ਕਾਮ ਵਾਸ਼ਨਾ ਨਹੀਂ ਸਤਾਉਂਦੀ? ਮਹਾਰਾਜ ਜੀ ਨੇ ਆਖਿਆ ਸੀ ਹੱਸ ਕੇ, ਜਹਾਂਗੀਰ ਤੇਰੇ ਕੀਤੇ ਪ੍ਰਸ਼ਨ ਦਾ ਉੱਤਰ ਤਾਂ ਫਿਰ ਦਿਆਂਗੇ, ਪਰ ਅਸੀਂ ਤਾਂ ਇਹ ਵੇਖਿਆ ਕਿ ਤੂੰ 7 ਦਿਨ ਦੇ ਵਿੱਚ ਵਿੱਚ ਮਰ ਜਾਣਾ ਹੈ। ਜਹਾਂਗੀਰ ਨੂੰ ਤਾਂ ਤੇ ਸਮੇਂ ਚਿੰਤਾ ਪੈ ਗਈ, ਉਦੋਂ ਹੀ ਦਿਲ ਘਬਰਾ ਗਿਆ, ਉੱਠ ਕੇ ਚਲਿਆ ਗਿਆ ਕੁਝ ਚਿਰ ਬੈਠ ਕੇ, ਪਰ ਕੁਝ ਵੀ ਚੰਗਾ ਨਾ ਲੱਗੇ। ਇਕਾਂਤ ਹੋ ਗਿਆ, ਅੱਲਾ ਦੀ ਇਬਾਦਤ ਵਿੱਚ ਜੁੜ ਗਿਆ। ਨਾ ਖਜ਼ਾਨੇ ਚੰਗੇ ਲੱਗਣ, ਨਾ ਇਸਤਰੀਆਂ ਦੇ ਜਿਹੜੇ ਵਿਸ਼ੇ ਕੌਤਕ ਚੰਗੇ ਲੱਗਣ, ਕੋਈ ਚੇਸ਼ਟਾ ਮਨ ਕਰੇ ਹੀ ਨਾ ਸੰਸਾਰ ਦੀ, ਉਦਾਸ ਹੀ ਹੋ ਗਿਆ। ਜਦੋਂ ਇਉਂ ਦਿਨ ਲੰਘਦੇ ਗਏ, ਫਿਰ 7 ਦਿਨ ਬੀਤ ਗਏ। ਜਹਾਂਗੀਰ ਸੋਚਦਾ ਮੈਂ ਤਾਂ ਮਰਿਆ ਨਹੀਂ, ਗੁਰੂ ਸਾਹਿਬ ਦੇ ਹਜ਼ੂਰ ਚੱਲ ਕਰਕੇ ਆਇਆ। ਕਹਿਣ ਲੱਗਾ, ਮਹਾਰਾਜ ਤੁਹਾਡਾ ਬਚਨ ਝੂਠ ਹੋ ਗਿਆ, ਤੁਸੀਂ ਕਿਹਾ ਸੀ ਮੈਂ 7 ਦਿਨਾਂ ਦੇ ਵਿੱਚ ਵਿੱਚ ਮਰ ਜਾਣਾ, ਪਰ ਮਹਾਰਾਜ ਮੈਂ ਤਾਂ ਮਰਿਆ ਨਹੀਂ। ਮਹਾਰਾਜ ਕਹਿੰਦੇ ਜਦੋਂ ਵੀ ਮੌਤ ਆਉਂਦੀ ਹੈ ਜਹਾਂਗੀਰ, 7 ਦਿਨਾਂ 'ਚ ਹੀ ਆਊਗੀ, 8ਵਾਂ ਦਿਨ ਹੈ ਹੀ ਨਹੀਂ ਹਫਤੇ ਦਾ। ਫਿਰ ਸਤਿਗੁਰਾਂ ਜੀ ਨੇ ਕਿਹਾ ਸੀ, ਬਾਦਸ਼ਾਹ ਜਹਾਂਗੀਰ ਦੱਸ ਤੇਰੇ ਕੋਲ ਇੰਨੇ ਸੁੱਖ ਹੈ, ਇੰਨੇ ਪਦਾਰਥ ਨੇ, ਕੋਈ ਮਨ ਦੇ ਅੰਦਰ ਫੁਰਨਾ ਫੁਰਿਆ ਸੀ, ਕੋਈ ਚੇਸ਼ਟਾ ਆਈ ਸੀ?
ਕਹਿਣ ਲੱਗਾ, ਮਹਾਰਾਜ ਮੈਂ ਤਾਂ ਮੌਤ ਨੂੰ ਚੇਤੇ ਕਰਕੇ ਸੁੱਕ ਗਿਆ, ਬੜਾ ਘਬਰਾ ਗਿਆ। ਨਾ ਰਾਣੀਆਂ ਵੱਲ ਨਾ ਖਜ਼ਾਨੇ ਵੱਲ ਕਿਸੇ ਚੀਜ਼ ਵੱਲ ਖਿਆਲ ਨਹੀਂ ਸੀ ਜਾਂਦਾ। ਰਾਜ ਭਾਗ ਦੇ ਸਾਰੇ ਸੁੱਖ ਵਿਸਰ ਗਏ। ਮਹਾਰਾਜ ਕੋਈ ਵਾਸ਼ਨਾ ਨਹੀਂ ਮੇਰੇ ਮਨ ਵਿੱਚ ਆਈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਜਹਾਂਗੀਰ ਇਹ ਤੇਰੇ ਕੀਤੇ ਪ੍ਰਸ਼ਨ ਦਾ ਉੱਤਰ ਵੈ। ਤੈਨੂੰ ਮੌਤ ਚੇਤੇ ਰਹੀ ਹੈ ਨਾ, ਤੇ ਕੋਈ ਵਾਸ਼ਨਾ ਨਹੀਂ ਫੁਰੀ। ਹਜ਼ੂਰ ਕਹਿੰਦੇ ਇਉਂ ਸਾਨੂੰ ਸਦਾ ਹੀ ਮਰਨਾ ਚੇਤੇ ਰਹਿੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬੈਰਾਗ ਸਾਨੂੰ ਸਦਾ ਰਹਿੰਦਾ ਏ। ਇਹ ਸਤਿਗੁਰੂ ਜੀ ਆਪ ਇਸ ਅਵਸਥਾ ਵਿੱਚ ਸਦਾ ਹੀ ਗਰੀਬ ਨਵਾਜ ਅਰੂੜ ਰਹਿੰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਦੁਆਲੇ ਬਹੁਤ ਸਾਰੀਆਂ ਰਿੱਧੀਆਂ ਸਿੱਧੀਆਂ ਜਿਹੜੀਆਂ ਹਨ ਉਹ ਸਦਾ ਵਿਚਰਦੀਆਂ, ਸਦਾ ਰਹਿੰਦੀਆਂ। ਸਿੱਖ ਮਹਾਨ ਸ਼ਕਤੀ ਵਾਲੇ ਹੈ। ਬਹੁਤ ਸਾਰੇ ਪਦਾਰਥ ਹਨ, ਮਾਇਆ ਦੀ ਬਹੁਬਲਤਾ ਹੈ, ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਰੇ ਕਾਸੇ ਵਿੱਚ ਨਿਰਲੇਪ ਰਹਿੰਦੇ ਹੈ। ਇੱਕ ਵਾਹਿਗੁਰੂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਸਦਾ ਆਪ ਜੁੜੇ ਰਹਿੰਦੇ ਹੈ। ਹਜ਼ੂਰ ਆਪਣੇ ਸਿੱਖਾਂ ਨੂੰ ਨਿਰੰਕਾਰ ਦੇ ਨਾਲ ਜੁੜਨ ਦੀ ਸਿੱਖਿਆ ਦ੍ਰਿੜਾਉਂਦੇ ਹੈ। ਐਸੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਤੇ ਕਵਿਰਾਜ ਜੀ ਨੇ ਬੰਦਨਾ ਕੀਤੀ। ਹਜ਼ੂਰ ਦਾ ਪਵਿੱਤਰ ਮੰਗਲਾ ਚਰਨ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤਾ ਸੀ। ਜਿਵੇਂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਮ ਦਾ ਪਵਿੱਤਰ ਮੰਗਲਾ ਚਰਨ ਆ ਰਿਹਾ ਹੈ, ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰ ਹਰਿਰਾਏ ਕੇ। ਧੰਨ ਸਤਿਗੁਰੂ ਸ਼੍ਰੋਮਣੀ ਸਤਿਗੁਰੂ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਏ ਧਿਆਏ ਅਗ ਜਾਏ। ਸਤਿਗੁਰਾਂ ਜੀ ਦੇ ਨਾਮ ਨੂੰ ਧਿਆਉਣੇ ਕਰਕੇ ਹੀ ਅਗ ਪਾਪ ਜਿਹੜੇ ਹੈ ਉਹ ਨਾਸ਼ ਹੋ ਜਾਂਦੇ ਹੈ। ਕਵਿਰਾਜ ਕਹਿੰਦੇ ਐਸਾ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਨਾਮ ਹੈ। ਮਹਾਰਾਜ ਜੀ ਦਾ ਨਾਮ ਸ਼੍ਰੀ ਕੰਠ ਤੋਂ ਲਈਏ, ਮਹਾਰਾਜ ਜੀ ਦਾ ਨਾਮ ਮੁਖ ਤੋਂ ਉਚਾਰੀਏ, ਤੇ ਨਾਮ ਦੇ ਉਚਾਰਨੇ ਮਾਤਰ ਸੀ ਅਗ ਪਾਪ ਜਿਹੜੇ ਹੈ ਉਹ ਨਾਸ਼ ਹੋ ਜਾਂਦੇ ਹੈ, ਭੱਜ ਜਾਂਦੇ ਹੈ, ਦੇਹੀ ਵਿੱਚੋਂ ਨਿਕਲ ਜਾਂਦੇ ਹੈ। ਐਸਾ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਨਾਮ ਹੈ, ਜਿਸ ਨਾਮ ਨੂੰ ਧਿਆਉਂਦਿਆਂ ਹੀ ਪਾਪ ਨਾਸ਼ ਹੋ ਜਾਂਦੇ ਹਨ। ਕਰ ਪਦ ਪਰ ਪ੍ਰਣਾਮ ਕੋ। ਹੇ ਮੇਰੇ ਮਨਾ, ਐਸੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਕਮਲਾਂ ਤੇ ਤੂੰ ਨਮਸਕਾਰ ਕਰਨਾ ਕਰ। ਜਿਹ ਤੇ ਨਿੱਧ ਸਿੱਧ ਆਏ। ਜਿਸ ਕਰਕੇ ਕਿ ਤੇਰੇ ਕੋਲੋਂ ਵੀ ਨਿਧੀਆਂ ਰਿੱਧੀਆਂ ਸਿੱਧੀਆਂ ਆ ਜਾਣਗੀਆਂ, ਤੇਰੇ ਕੋਲ ਵੀ ਸਭ ਕੁਝ ਪ੍ਰਾਪਤ ਹੋ ਜਾਵੇਗਾ। ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਹੀ ਟੇਕਿਆ ਸੀ ਨਾ ਭਾਈ ਕਾਲੇ ਨੇ, ਤੇ ਉਹਦੇ ਭਤੀਜੇ ਢਿੱਡ ਵਜਾਉਂਦੇ ਸੀ। ਸੱਚੇ ਪਾਤਸ਼ਾਹ ਨੇ ਕਿਹਾ ਕਿ ਭਾਈ ਕਾਲਿਆ ਕੀ ਗੱਲ ਹੈ, ਢਿੱਡ ਕਿਉਂ ਵਜਾਉਂਦੇ ਹੈ? ਸੱਚੇ ਪਾਤਸ਼ਾਹ ਜੀ ਦੇ ਕੋਲ ਸੱਚ ਕਿਹਾ ਭਾਈ ਕਾਲੇ ਨੇ। ਕਹਿੰਦਾ ਮਹਾਰਾਜ ਮੇਰਾ ਭਰਾ ਚੜ੍ਹਾਈ ਕਰ ਗਿਆ ਏ, ਮੇਰੀ ਘਰਵਾਲੀ ਇਹਨਾਂ ਨੂੰ ਮਤਰੇਏ ਜਾਣ ਕੇ ਰਜਵੀਂ ਰੋਟੀ ਨਹੀਂ ਮਹਾਰਾਜ ਦਿੰਦੀ, ਤੇ ਭੁੱਖ ਦੇ ਕਰਕੇ ਢਿੱਡ ਵਜਾਉਂਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇੰਨੇ ਤਰੁੱਠੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਨ ਦਾ ਏਡਾ ਵੱਡਾ ਫਲ ਹੈ। ਹਜ਼ੂਰ ਕਹਿੰਦੇ ਭਾਈ ਕਾਲਿਆ ਇਹ ਤਾਂ ਏਡੇ ਵੱਡਾ ਰਾਜਾ ਹੋਵੇਗਾ, ਇਹਦੇ ਘੋੜੇ ਜਮਨਾ ਤੋਂ ਪਾਣੀ ਪੀਆ ਕਰਨਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਐਸਾ ਵਰ ਦਿੱਤਾ, ਜਿਹੜਾ ਉਂਗਲ ਲਾਇਆ ਹੋਇਆ ਸੀ ਉਹਨੂੰ ਵੀ ਵਰ ਦਿੱਤਾ। ਕਿਹਾ ਇਹ ਵੱਡੀ ਰਿਆਸਤ ਦਾ ਮਾਲਕ ਹੋਵੇਗਾ। ਪਟਿਆਲੇ ਤੇ ਨਾਭੇ ਦੀਆਂ ਰਿਆਸਤਾਂ ਵਾਲੇ ਇਹ ਰਾਜੇ ਹੋਏ ਆ ਸੱਚੇ ਪਾਤਸ਼ਾਹ ਜੀ ਦੇ ਵਰਦਾਨ ਕਰਕੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਪ ਦੇ ਚਰਨਾਂ ਵਿੱਚ ਹੀ ਨਿੱਧੀਆਂ ਸਿੱਧੀਆਂ ਰਿੱਧੀਆਂ ਵਸਦੀਆਂ ਹਨ। ਇਹ ਸ਼ਕਤੀਆਂ ਸੱਚੇ ਪਾਤਸ਼ਾਹ ਆਪ ਦੇ ਚਰਨਾਂ ਤੇ ਨਮਸਕਾਰ ਕਰਨ ਨਾਲ ਹੀ ਪ੍ਰਾਪਤ ਹੋ ਜਾਂਦੀਆਂ। ਧੰਨ ਭਾਈ ਗੋਂਦਾ ਜੋ ਆਪ ਦੇ ਚਰਨਾਂ ਦੇ ਏਡੇ ਪ੍ਰੇਮੀ ਸੀ, ਰੋਜ਼ ਆਪ ਦੇ ਚਰਨਾਂ ਨੂੰ ਪਰਸਦੇ,
ਕਾਬਲ ਗਏ ਸੀ। ਆਪ ਨੇ ਸਿੱਖੀ ਦਾ ਪ੍ਰਚਾਰ ਕਰਨ ਲਈ ਭੇਜਿਆ। ਭਾਈ ਗੋਂਦਾ ਜੀ ਨੇ ਰੋਜ਼ ਦੇ ਨਿਯਮ ਮੁਤਾਬਕ ਨਿਤਨੇਮ ਕਰਕੇ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ, ਸੁਰਤ ਲੱਗ ਗਈ ਭਾਈ ਗੋਂਦਾ ਜੀ ਦੀ, ਅਤੇ ਫਿਰ ਦੇਸ਼ ਕਾਲ ਵਸਤੂ ਭੁੱਲ ਹੀ ਗਿਆ। ਦੇਹ ਦਾ ਜਿਹੜਾ ਭਾਵ ਸੀ ਉਹ ਛੋਟੀ ਗਿਆ। ਐਸੀ ਬਿਰਤੀ ਇਕਾਗਰ ਹੋਈ। ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਸਾਰਾ ਦਿਨ ਤਖਤ 'ਤੇ ਸਜੇ ਰਹੇ। ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਸ਼ਾਦ ਤੱਕ ਨਾ ਪਾਇਆ। ਜਦੋਂ ਭਾਈ ਗੋਂਦਾ ਦੀ ਸੁਰਤ ਖੁੱਲ੍ਹੀ ਨਾ ਦਿਨ ਢਲਣ 'ਤੇ, ਉਦੋਂ ਹੀ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਠੇ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਅੱਜ ਆਪ ਲੰਗਰ ਨਹੀਂ ਪਾਇਆ, ਸੱਚੇ ਪਾਤਸ਼ਾਹ ਪ੍ਰਸ਼ਾਦ ਨਹੀਂ ਛਕਿਆ। ਸਾਰਾ ਦਿਨ ਤਖਤ 'ਤੇ ਹੀ ਮਹਾਰਾਜ ਬੈਠੇ ਰਹੇ। ਹਜ਼ੂਰ ਨੇ ਆਖਿਆ, ਸਿੱਖੋ, ਭਾਈ ਗੋਂਦੇ ਨੇ ਕਾਬਲ ਵਿੱਚ ਬੈਠੇ ਨੇ, ਸਾਡੇ ਚਰਨ ਪਕੜ ਲਏ ਸੀ, ਅਸੀਂ ਕਿਵੇਂ ਉੱਠਦੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਇੰਨੇ ਦੀਨ ਦਿਆਲ ਹਨ। ਜੇ ਸਿੱਖ ਭਾਵਨਾ ਨਾਲ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਦਾ ਹੈ, ਹਜ਼ੂਰ ਵੀ ਸਿੱਖ ਦੀ ਉਸ ਸੁਰਤ ਦਾ, ਉਸ ਜਿਹੜੇ ਹੋਏ ਮਨ ਦਾ ਇੰਨਾ ਸੱਚੇ ਪਾਤਸ਼ਾਹ ਜੀ ਖਿਆਲ ਰੱਖਦੇ ਹੈ। ਸਿੱਖ ਦੀ ਸੁਰਤ ਨਹੀਂ ਹਿੱਲਣ ਦਿੰਦੇ ਸੱਚੇ ਪਾਤਸ਼ਾਹ ਜੀ ਮਹਾਰਾਜ। ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਹੀ ਸਾਰੇ ਸੁੱਖ ਵਸਦੇ ਹੈ। ਇਸ ਕਰਕੇ ਕਵੀਰਾਜ ਆਪਣੇ ਮਨ ਨੂੰ ਪ੍ਰਬੋਧਦੇ ਹੋਏ ਕਹਿੰਦੇ ਨੇ, ਹੇ ਮੇਰੇ ਮਨਾ, ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ 'ਤੇ ਤੂੰ ਵੀ ਮਸਤਕ ਟੇਕ। ਤੈਨੂੰ ਵੀ ਇਹ ਸ਼ਕਤੀਆਂ ਰਿੱਧੀਆਂ ਸਿੱਧੀਆਂ ਸਾਰੀਆਂ ਪ੍ਰਾਪਤ ਹੋਣ। ਨਿਹਾਲ ਹੋਵੇਂ। ਸਵਈਆ ਪੰਕ ਬਿਖੈ ਬਸਤਾ ਰਸ ਮੈਂ। ਜਿਹੜਾ ਇਹ ਕਮਲ ਫੁੱਲ ਹੈ, ਹੁਣ ਇਹਦੇ ਦ੍ਰਿਸ਼ਟਾਂਤ ਦਿੰਦੇ ਹੈ। ਇਹ ਕਵੀਰਾਜ ਜੀ ਦੀ ਬੁੱਧ ਦੀ ਚਾਤੁਰਤਾ ਹੈ। ਏਡੇ ਵਿਦਵਾਨ ਹਨ। ਕਮਲ ਫੁੱਲ ਨੂੰ ਹੁਣ ਇੱਕ ਜਿਵੇਂ ਕੋਈ ਤਪਸਵੀ ਹੁੰਦਾ ਨਾ, ਬੜਾ ਤਪ ਸਾਧਨਾ ਕਰਦਾ ਹੈ, ਕਠਿਨਾਈਆਂ ਨੂੰ ਝੱਲ ਕਰਕੇ, ਉਹਦਾ ਅਲੰਕਾਰ ਦੇ ਕਰਕੇ ਫਿਰ ਦੱਸਣਗੇ ਕਿ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਬਰਾਬਰ ਤਾਂ ਵੀ ਇਹ ਨਹੀਂ ਆ ਸਕਦਾ ਹੈ। ਸਤਿਗੁਰੂ ਜੀ ਦਾ ਏਡਾ ਵੱਡਾ ਪ੍ਰਤਾਪ ਹੈ। ਕੈਸਾ ਹੈ ਕਮਲ ਫੁੱਲ, ਕਵੀਰਾਜ ਫਰਮਾਉਂਦੇ ਹਨ, ਪੰਕ ਬਿਖੈ ਬਸਤਾ ਰਸ ਮੈਂ। ਇਹ ਪੰਕ ਚਿੱਕੜ ਵਿੱਚ ਪੈਦਾ ਹੁੰਦਾ ਹੈ ਤੇ ਪਾਣੀ ਦੇ ਅੰਦਰ, ਰਸ ਪਾਣੀ ਨੂੰ ਕਹਿੰਦੇ ਆ, ਪਾਣੀ ਦੇ ਅੰਦਰ ਵਸਦਾ ਹੈ। ਰਸ ਊਰਦ ਕੋ ਨਿਸਰਾ ਸਰਸੇਰੋ। ਤੇ ਜਦੋਂ ਇਸ ਪ੍ਰਕਾਰ ਫਿਰ ਪਾਣੀ ਵਿੱਚ ਹੀ ਰਹਿੰਦਾ ਹੈ, ਚਿੱਕੜ ਤੋਂ ਪੈਦਾ ਹੁੰਦਾ ਹੈ ਤੇ ਪਾਣੀ ਤੋਂ ਉੱਪਰ ਨੂੰ ਉੱਠ ਕਰਕੇ ਜਿਹੜਾ ਹੈ ਨਿਸਰਦਾ ਹੈ, ਭਾਵ ਖਿੜਦਾ ਹੈ। ਇਹ ਸਰਸੇਰੋ ਜਿਹੜਾ ਕਮਲ ਫੁੱਲ ਹੈ। ਸਰਸ ਜਿਹੜਾ ਹੈ ਇਸ ਪ੍ਰਕਾਰ ਤਲਾਬ ਨੂੰ ਵੀ ਕਹਿੰਦੇ ਹੈ। ਰੋ ਪੈਦਾ ਹੋਣ ਵਾਲਾ ਜਿਹੜਾ ਹੈ ਉਹ ਤਲਾਬ ਵਿੱਚੋਂ ਕਿਹੜਾ ਕਮਲ ਫੁੱਲ। ਇਸ ਪ੍ਰਕਾਰ ਜਿਹੜਾ ਕਮਲ ਫੁੱਲ ਹੈ ਉਹ ਪਾਣੀ ਤੋਂ ਉੱਪਰ ਨੂੰ ਉੱਠ ਕਰਕੇ ਜਿਹੜਾ ਹੈ ਖਿੜਦਾ ਹੈ। ਗਰੀਬ ਲਓ ਨੀਰ ਮੈਂ ਧੀਰ ਧਰੇ। ਤੇ ਧੌਣ ਤੱਕ ਜਿਹੜਾ ਹੈ ਨਾ ਉਹ ਪਾਣੀ ਦੇ ਅੰਦਰ ਧੀਰਜ ਧਰ ਕਰਕੇ। ਇੱਕ ਪੈਰ ਖਰੋ ਥਿਰ ਹਵੈ ਰਬ ਹੀਰੋ। ਇੱਕ ਪੈਰ ਤੇ ਖਲੋਤਾ, ਕਿਉਂਕਿ ਕੋਈ ਨਲਣੀ ਹੈ ਨਾ, ਉਸ ਨਲਕੀ ਦੇ ਆਸਰੇ ਤੇ ਖਲੋਤਾ ਹੋਇਆ ਸੂਰਜ ਵੱਲ ਨੂੰ ਵੇਖਦਾ ਏ। ਆਤਪ ਸੀਤ ਸਹਿ ਬਰਖਾ। ਤੇ ਆਤਪ ਧੁੱਪ, ਸੀਤ ਠੰਡ ਤੇ ਬਰਖਾ, ਇਹ ਆਪਣੇ ਸਰੀਰ ਦੇ ਉੱਤੇ ਸਹਾਰਦਾ ਏ ਕਮਲ ਦਾ ਫੁੱਲ। ਤਪ ਸਾਧਤ ਯਾ ਬਿਦ ਕਰੂਰ ਕਨੇਰੋ। ਇਸ ਤਰ੍ਹਾਂ ਨਾਲ ਬੜਾ ਕਰੂਰ ਕਰੜਾ ਤਪ ਜਿਹੜਾ ਨਾ ਉਹ ਸਾਧਨਾ ਕਰਦਾ ਹੈ, ਬੜੀ ਜ਼ਿਆਦੀ ਕਰੜੀ ਸਾਧਨਾ, ਤਪ ਸਾਧਨਾ ਕਰਦਾ ਹੈ ਇਹ ਕਮਲ ਫੁੱਲ। ਸ੍ਰੀ ਹਰਿ ਰਾਏ ਕੇ ਪਾਏ ਸਮਾਨਤਾ। ਪਰ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਜੋ ਬਰਾਬਰਤਾ ਹੈ, ਪਾਏ ਨਾ ਕੰਜ ਉਪਾਏ ਬਤੇਰੋ। ਬੜੇ ਉਪਾਅ ਯਤਨ ਕੀਤੇ ਹੈ, ਪਰ ਸਤਿਗੁਰੂ ਜੀ ਦੇ ਚਰਨਾਂ ਦੀ ਬਰਾਬਰਤਾ ਜਿਹੜੀ ਹੈ ਉਹ ਕਮਲ ਫੁੱਲ ਨਹੀਂ ਪਾ ਸਕਿਆ। ਇਸੇ ਪ੍ਰਕਾਰ ਫਿਰ ਪੜੋ ਸਾਰਾ ਸਵਈਆ। ਸਵਈਆ ਪੰਕ ਬਿਖੈ ਬਸਤਾ ਰਸ ਮੈਂ। ਇਹ ਕਵੀਰਾਜ ਜੀ ਦੀ ਅਤ ਚਾਤੁਰਤਾ ਹੈ ਕਿ ਕਵੀਰਾਜ ਏਡੀ ਵਿਦਵਤਾ ਦੇ ਨਾਲ ਕਮਲ ਫੁੱਲ ਦਾ ਇੱਕ ਦ੍ਰਿਸ਼ਟਾਂਤ ਦੇ ਰਹੇ ਹੈ। ਕਹਿੰਦੇ ਹਨ, ਜਿਨ੍ਹਾਂ ਨੇ ਐਸੀ ਘੋਰ ਤਪ ਸਾਧਨਾ ਕੀਤੀ ਹੈ, ਸੱਚੇ ਪਾਤਸ਼ਾਹ ਜੀ ਦੇ ਸਮਾਨ ਉਹ ਵੀ ਨਹੀਂ ਆ ਸਕਦੇ ਹਨ। ਕਿਹੋ ਕਿਹੋ ਜੀ ਸਾਧਨਾ ਕਰਦੇ ਆ, ਤਪਸਵੀ ਜ਼ਿਕਰ ਕਰਦੇ ਹਨ। ਪੰਕ ਬਿਖੈ ਬਸਤਾ ਰਸ ਮੈਂ। ਜਿਵੇਂ ਚਿੱਕੜ ਦੇ ਅੰਦਰ ਜਿਹੜਾ ਹੈ ਕਮਲ ਦਾ ਫੁੱਲ ਹੁੰਦਾ ਨਾ, ਇਹ ਚਿੱਕੜ ਦੀ ਨਿਆਈ ਤਾਂ ਸੰਸਾਰ ਦੇ ਵਿਸ਼ੇ ਵਕਾਰ ਹਨ।
ਇਹਨਾਂ ਦੇ ਵਿੱਚ ਜੇ ਕੋਈ ਰਿਖੀ ਪੁਰਖ ਜਿਹੜਾ ਹੈ ਉਹ ਇਸ ਪ੍ਰਕਾਰ ਵਸਦਾ ਹੈ ਚਿੱਕੜ ਦੇ ਵਿੱਚ ਹੀ, ਕਿਉਂਕਿ ਸਭ ਦੀ ਦੇਹ ਵਿਸ਼ਿਆਂ ਵਿਕਾਰਾਂ ਤੋਂ ਹੀ ਉਤਪੰਨ ਹੁੰਦੀ ਹੈ, ਭਾਵੇਂ ਕਿ ਕਾਮ ਵਾਸ਼ਨਾ ਹੀ ਦੇਹੀ ਦੀ ਉਤਪਤੀ ਦਾ ਕਾਰਨ ਹੈ। ਪਰ ਜਿਹੜੇ ਨਾਮ ਵਿੱਚ ਭਿੱਜ ਜਾਂਦੇ ਆ ਉਹ ਦੇਹ ਅਧਿਆਸ ਤੋਂ ਫਿਰ ਉੱਪਰ ਉੱਠ ਜਾਂਦੇ ਆ। ਜਿਹੜਾ ਇਹ ਤਪ ਸਾਧਨਾ ਕਰਨੀ ਹੈ, ਕਹਿੰਦੇ ਜਿਹੜੇ ਰਿਸ਼ੀ ਮੁਨੀ ਇਹਨਾਂ ਤੋਂ ਉੱਪਰ ਉੱਠਦੇ ਆ, ਰਹਿੰਦੇ ਤਾਂ ਉਹ ਸੰਸਾਰ ਰੂਪੀ ਪਾਣੀ ਦੇ ਵਿੱਚ ਹੀ ਹਨ। ਰਸ ਊਰਦ ਕੋ ਨਿਸਰਾ ਸਰ ਸੇਰੋ। ਤੇ ਇਸ ਪ੍ਰਕਾਰ ਉਹ ਪਦਾਰਥਾਂ ਰੂਪੀ ਪਾਣੀ ਤੋਂ ਉੱਪਰ ਨੂੰ ਉੱਠ ਕਰਕੇ ਖਿੜਦੇ ਆ, ਭਾਵ ਉਹਨਾਂ ਕੋਲ ਤਪ ਤੇਜ ਹੁੰਦਾ ਹੈ। ਇਸ ਪ੍ਰਕਾਰ ਬਹੁਤ ਤਪਸਵੀ ਜਿਹੜੇ ਆ ਉਹ ਸਾਧਨਾ ਸਾਧਦੇ ਆ, ਆਮ ਸੰਸਾਰ ਨਾਲੋਂ ਵੱਖਰੇ ਭਾਸਦੇ ਹਨ। ਗਰੀਬ ਲਉ ਨੀਰ ਮੈਂ ਧੀਰ ਧਰੇ। ਇਸ ਪ੍ਰਕਾਰ ਧੌਣ ਤੱਕ ਭਾਵ ਕਿ ਲਵਾ ਲਵ ਪਦਾਰਥਾਂ ਦੀ ਬਹੁਬਲਤਾ ਹੁੰਦੀ ਹੈ, ਤਾਂ ਵੀ ਧੀਰਜ ਧਾਰ ਕਰਕੇ ਰਿਸ਼ੀ ਤਪਸਵੀ ਲੋਕ ਜਿਹੜੇ ਉਹ ਤਪ ਸਾਧਨਾ ਕਰਦੇ ਆ। ਇੱਕ ਪੈਰ ਖਰੋ ਥਿਰ ਹਵੈ ਰਬ ਹੀਰੋ। ਇੱਕ ਪੈਰ ਖਰੋ ਭਾਵ ਕਈ ਤਾਂ ਇੱਕ ਪੈਰ ਦੇ ਉੱਤੇ ਵੀ ਜਿਹੜਾ ਊਰਦ ਬਾਹੂ ਪੁੱਠੇ ਵੀ ਲਟਕਦੇ ਆ, ਕਈ ਇੱਕ ਪੈਰ ਦੇ ਖੜੇ ਹੋ ਕਰਕੇ ਤਪੱਸਿਆ ਕਰਦੇ ਆ। ਇਸ ਪ੍ਰਕਾਰ ਦੀ ਸਾਧਨਾ ਜਿਹੜੀ ਹੈ ਬਾਹਰੋਂ ਹੱਠ ਵਾਲਾ ਤਪ ਜਿਹੜਾ ਹੈ ਉਹ ਕਰਦੇ ਹਨ। ਰਬ ਹੀਰੋ ਤੇ ਰਬ ਇਸ ਪ੍ਰਕਾਰ ਜਿਹੜੇ ਅਨੁਕੂਲ ਪੁਰਖ ਹਨ ਉਹਨਾਂ ਨੂੰ ਇਸ ਪ੍ਰਕਾਰ ਵੇਖਦੇ ਆ ਕਰਕੇ ਦਾਤਾਂ ਮੰਗਦੇ ਆ, ਉਹਨਾਂ ਨੂੰ ਦਾਤਾਂ ਦਿੰਦੇ, ਆਪ ਦੀ ਸਿੱਖੀ ਸੇਵਕੀ ਵਧਾਉਂਦੇ ਆ, ਸੰਸਾਰ ਵਿੱਚ ਪ੍ਰਭਤਾ ਉਹਨਾਂ ਦੀ ਹੁੰਦੀ ਹੈ। ਇਸ ਪ੍ਰਕਾਰ ਉਹ ਉਹਨਾਂ ਕੋਲੋਂ ਲੈ ਲੈ ਕੇ ਦਾਤਾਂ ਜਿਹੜੇ ਆ ਵਰਤਦੇ ਹਨ, ਉਹਨਾਂ ਦੇ ਅਨੁਯਾਈ ਹੋ ਕਰਕੇ ਸੰਸਾਰੀ ਲੋਕ ਆਤਪ ਸੀਤ ਸਹਿ ਬਰਖਾ। ਉਹ ਆਪਣੇ ਸਰੀਰ ਤੇ ਸਹਾਰਦੇ ਆ ਦੁੱਖ ਸੁੱਖ ਅਤੇ ਪਦਾਰਥਾਂ ਦੀ ਬਹੁਬਲਤਾ ਰੂਪ ਬਰਖਾ ਨੂੰ। ਤਪ ਸਾਧਤ ਯਾਬਿਦ ਕਰੂਰ ਕਨੇਰੋ। ਇਸ ਤਰੀਕੇ ਨਾਲ ਬਹੁਤ ਜ਼ਿਆਦਾ ਕਰੜਾ ਤਪ ਜਿਹੜੇ ਆ ਨਾ ਉਹ ਤਪਸਵੀ ਲੋਕ ਜਿਹੜੇ ਸਾਧਦੇ ਆ ਬਹੁਤ ਜ਼ਿਆਦਾ। ਕਈਆਂ ਦੇ ਤਾਂ ਖਲੋ ਕੇ ਤਪ ਕਰਦਿਆਂ ਦੀਆਂ ਲੱਤਾਂ ਐਡੀਆਂ ਐਡੀਆਂ ਸੁੱਜ ਜਾਂਦੀਆਂ ਨੇ, ਕਈ ਦਰਖਤਾਂ ਨਾਲ ਪੁੱਠੇ ਲਟਕਦੇ ਆ, ਕਈ ਬਰਫੀਲੀਆਂ ਚੋਟੀਆਂ ਤੇ ਤਪੱਸਿਆ ਸਾਧਦੇ ਆ, ਕਈ ਧੂਣੀਆਂ ਤਾ ਕੇ ਤਪੱਸਿਆ ਸਾਧਦੇ ਹਨ। ਸ੍ਰੀ ਹਰਿ ਰਾਏ ਕੇ ਪਾਏ ਸਮਾਨਤਾ। ਪਰ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਮਾਨਤਾ ਕੋਈ ਰਿਖੀ ਤਪਸਵੀ ਕਿਵੇਂ ਪਾ ਸਕਦਾ ਹੈ, ਕਿਉਂਕਿ ਗੁਰੂ ਘਰ ਦੀ ਇਹ ਰੀਤੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨਿਮਰਤਾ ਸਿਖਾਉਂਦੇ ਹੈ, ਗਰੀਬੀ ਵਿੱਚ ਰਹਿ ਕਰਕੇ ਸੇਵਾ ਕਰਨ ਦੀ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੈ। ਤੇ ਜਦੋਂ ਐਸੀ ਘਾਲਣਾ ਘਾਲਦੇ ਹਾਂ, ਸੱਚੇ ਪਾਤਸ਼ਾਹ ਜੀ ਦੇ ਘਰ ਦੇ ਅੰਦਰ ਨਾਮ ਜਪਦੇ ਹਾਂ, ਗੁਰਸਿੱਖਾਂ ਦੀ ਸੇਵਾ ਕਰਦੇ ਹਾਂ, ਆਪਣਾ ਆਪਾ ਮਾਰਦੇ ਹਾਂ, ਅੰਦਰੋਂ ਹੰਕਾਰ ਨਾਸ਼ ਕਰਦਿਆਂ ਹੋਇਆਂ ਇਹ ਫਿਰ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਨਾ, ਕੋਈ ਤਪ ਸਾਧਨਾ ਉਹਦੇ ਬਰਾਬਰ ਨਹੀਂ ਪਹੁੰਚ ਸਕਦੀ ਹੈ। ਨਾਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪ ਜੀ ਦੇ ਉੱਤੇ ਬਖਸ਼ਿਸ਼ ਕੀਤੀ ਹੈ, ਆਪਣਾ ਗੁਰਤਾ ਗੱਦੀ ਦਾ ਸਿੰਘਾਸਨ ਆਪ ਨੂੰ ਬਖਸ਼ਿਸ਼ ਕੀਤਾ ਹੈ। ਇਸ ਸਿੰਘਾਸਨ ਦੇ ਬਰਾਬਰ ਹੋਰ ਕੌਣ ਆ ਸਕਦਾ ਹੈ। ਇਸ ਪ੍ਰਕਾਰ ਕਵੀਰਾਜ ਕਹਿੰਦੇ ਕੋਈ ਤਪਸਵੀ ਹੋਵੇ, ਕੋਈ ਕਿੰਨਾ ਰਿੱਧੀਆਂ ਸਿੱਧੀਆਂ ਦਾ ਮਾਲਕ ਹੋਵੇ, ਕਿੰਨੀਆਂ ਸ਼ਕਤੀਆਂ ਵਾਲਾ ਹੋਵੇ, ਕੋਈ ਸਾਰੀ ਕਾਇਨਾਤ ਵਿੱਚੋਂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਰਾਬਰ ਨਹੀਂ ਆ ਸਕਦਾ, ਭਾਵੇਂ ਕਿੰਨੀ ਵੀ ਉਹਨੇ ਤਪੱਸਿਆ ਸਾਧਨਾ ਕਿਉਂ ਨਾ ਕੀਤੀ ਹੋਵੇ। ਪਾਏ ਨਾ ਕੰਜ ਉਪਾਏ ਬਤੇਰੋ। ਕਹਿੰਦੇ ਕੰਜ ਵਾਂਗੂ ਫੁੱਲ ਵਾਂਗੂ ਜਿਹੜੇ ਐਸੇ ਨਿਰਾਲੇ ਹੋ ਜਾਂਦੇ ਆ, ਸੰਸਾਰ ਤੋਂ ਬੜਾ ਜ਼ਿਆਦਾ ਬਰਕਤ ਹੋ ਜਾਂਦੇ ਆ, ਉਹ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦੀ ਬਰਾਬਰਤਾ ਨਹੀਂ ਪਾ ਸਕਦੇ। ਯਤਨ ਤਾਂ ਬਹੁਤ ਕਰਦੇ ਆ, ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਬਰਾਬਰ ਨਹੀਂ ਕੋਈ ਪੁੱਜ ਸਕਦਾ। ਕੋਈ ਯਤਨ ਕਰਦਾ ਹੈ ਕਿ ਆਪਣੇ ਉੱਪਰ ਚੌਰ ਕਰਾ ਕਰਕੇ, ਕੋਈ ਚੰਦੋਆ ਲਾ ਕੇ, ਕੋਈ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ, ਕੋਈ ਥੋੜ੍ਹੀ ਬਹੁਤੀ ਸ਼ਕਤੀ ਨੂੰ ਪ੍ਰਾਪਤ ਕਰਕੇ ਪਖੰਡ ਦਿਖਾਉਣ ਲੱਗ ਜਾਂਦਾ ਹੈ, ਪਰ ਸਤਿਗੁਰੂ ਜੀ ਦੀ ਬਰਾਬਰਤਾ ਕੌਣ ਕਰ ਸਕਦਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਬਰਾਬਰ ਕੋਈ ਵੱਡਾ ਤਪਸਵੀ, ਕੋਈ ਰਿਸ਼ੀ ਮੁਨੀ ਨਹੀਂ ਪਹੁੰਚ ਸਕਦਾ, ਜਿਨ੍ਹਾਂ ਨੇ ਸੰਸਾਰ ਤੋਂ ਨਾਤਾ ਤੋੜ ਕਰਕੇ ਬੜਾ ਭਿਆਨਕ ਬੜਾ ਕਰੜਾ ਤਪ ਕੀਤਾ, ਪਰ ਸੱਚੇ ਪਾਤਸ਼ਾਹ ਦੇ ਬਰਾਬਰ ਨਹੀਂ। ਹਜ਼ੂਰ ਨੂੰ ਤਾਂ ਦੇਵੀ ਦੇਵਤੇ ਸਭ ਝੁਕਦੇ ਆ, ਨਮਸਕਾਰਾਂ ਕਰਦੇ, ਗੁਪਤ ਪ੍ਰਗਟ ਸ਼ਕਤੀਆਂ ਸਭ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਨੂੰ ਮਨਾਉਂਦੀਆਂ ਹਨ। ਦੋਹਰਾ ਦਰਸ਼ਨ ਸ੍ਰੀ ਹਰਿਕ੍ਰਿਸ਼ਨ ਕੋ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਨੂੰ ਪਰਸਦੇ ਆ ਕਵੀਰਾਜ ਜੀ।
ਕਹਿੰਦੇ ਹਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋ ਪਵਿੱਤਰ ਦਰਸ਼ਨ ਹੈ। ਨਿਪੁਨ ਹਰਨ ਜੁਰ ਤੀਨ। ਜਿਹੜੇ ਜੁਰ ਤਾਪ ਹਨ ਨਾ, ਤਿੰਨੇ ਤਾਪ ਆਦਿ ਵਿਆਧੀ ਤੇ ਉਪਾਧੀ, ਉਹਨਾਂ ਨੂੰ ਨਾਸ਼ ਕਰਨ ਵਾਸਤੇ ਪ੍ਰਵੀਨ ਹੈ ਮਹਾਰਾਜ ਦਾ ਦਰਸ਼ਨ। ਭਾਵ ਨਿਪੁੰਨ ਹੈ, ਸਮਰੱਥ ਹਨ ਸੱਚੇ ਪਾਤਸ਼ਾਹ ਜੀ ਤਿੰਨਾਂ ਹੀ ਤਾਪਾਂ ਨੂੰ ਨਾਸ਼ ਕਰਨ ਦੇ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਸੱਚੇ ਪਾਤਸ਼ਾਹ ਸੁੱਖਾਂ ਦੀ ਰਾਸ ਹਨ। ਤਿੰਨਾਂ ਹੀ ਤਾਪਾਂ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਨਾਸ਼ ਕਰਨ ਵਾਲੇ ਹੈ। ਹਜੂਰ ਦੀ ਪਾਲਕੀ ਸਾਹਿਬ ਜਾਂਦੀ ਸੀ ਜਦੋਂ ਮਹਾਰਾਜ ਦਿੱਲੀ 'ਚ ਚਰਨ ਪਾਏ ਹੈ। ਸੱਚੇ ਪਾਤਸ਼ਾਹ ਜੀ ਦੇ ਅੱਗੇ ਪਿੱਛੇ ਬਹੁਤ ਸਾਰੀਆਂ ਸੰਗਤਾਂ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਲਕੀ ਸਿੱਖਾਂ ਨੇ ਚੱਕੀ ਹੋਈ। ਹਜੂਰ ਆਪਣੀ ਮੌਜ ਵਿੱਚ ਬੈਠੇ ਹੋਏ ਪਾਲਕੀ ਵਿੱਚ ਜਾ ਰਹੇ ਹੈ। ਅੱਗੇ ਅੱਗੇ ਨਰਸਿੰਘਿਆਂ ਦਾ ਨਾਦ ਪੂਰਿਆ ਜਾ ਰਿਹਾ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਾ ਰਹੇ ਹੈ। ਇੱਕ ਬ੍ਰਾਹਮਣ ਜਿਹੜਾ ਬੜਾ ਵਿਸ਼ਈ ਸੀਗਾ, ਸ਼ਰਾਬ ਆਦਿਕ ਦਾ ਸੇਵਨ ਕਰਨੇ ਕਰਕੇ ਤੇ ਵਿਸ਼ੇ ਭੋਗਣੇ ਕਰਕੇ ਉਹਦਾ ਐਸਾ ਬੁਰਾ ਹਾਲ ਸੀ, ਉਹਨੂੰ ਕੋਹੜ ਹੋ ਚੁੱਕਾ ਸੀਗਾ ਤੇ ਨਗਰ ਦੇ ਲੋਕ ਉਹਦੇ ਨਾਲ ਨਫ਼ਰਤ ਕਰਦੇ ਸੀ ਤੇ ਉਹਨੂੰ ਨਗਰੋਂ ਬਾਹਰ ਕੱਢ ਦਿੱਤਾ ਸੀਗਾ ਤੇ ਬਹੁਤ ਜ਼ਿਆਦਾ ਕੋਹੜ ਦਾ ਗਰਸਿਆ ਹੋਇਆ ਸਾਰੇ ਸਰੀਰ 'ਚੋਂ ਪਾਕ ਵਗੇ। ਜਦੋਂ ਹਜੂਰ ਦੀ ਸਵਾਰੀ ਲੰਘ ਰਹੀ ਸੀਗੀ, ਇਹਨੇ ਦਰਦ ਭਰੀ ਚੀਕ ਮਾਰੀ। ਸੱਚੇ ਪਾਤਸ਼ਾਹ ਜੀ ਦੇ ਪਾਲਕੀ ਸਾਹਿਬ ਦੇ ਨੇੜੇ ਆਉਣਾ ਚਾਹੁੰਦਾ ਸੀ, ਪਰ ਸਿੱਖ ਸੰਗਤਾਂ ਨੇ ਵਰਜ ਦਿੱਤਾ ਵੀ ਪਾਸੇ ਹਟ ਜਾ, ਮਹਾਰਾਜ ਦੀ ਸਵਾਰੀ ਆਉਂਦੀ ਹੈ। ਜਦੋਂ ਇਹਨੂੰ ਨੇੜੇ ਨਾ ਜਾਣ ਦਿੱਤਾ ਤੇ ਇਹਨੇ ਬਹੁਤ ਦਰਦ ਭਰੀ ਚੀਕ ਮਾਰੀ। ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਲਕੀ ਤੋਂ ਪੱਲਾ ਹਟਾਉਂਦਿਆਂ ਹੋਇਆਂ ਹਜੂਰ ਨੇ ਬਾਹਰ ਨੂੰ ਜਦੋਂ ਤੱਕਿਆ, ਆਪਣੀ ਅੰਮ੍ਰਿਤ ਦ੍ਰਿਸ਼ਟੀ ਪਾਈ ਗਰੀਬ ਨਵਾਜ ਜੀ ਨੇ। ਗੁਰਬਖਸ਼ ਮਸੰਦ ਸੀਗਾ। ਮਹਾਰਾਜ ਪੁੱਛਦੇ ਨੇ, ਭਾਈ ਗੁਰਬਖਸ਼ ਕੌਣ ਹੈ? ਮਹਾਰਾਜ ਬਹੁਤ ਇੱਕ ਬ੍ਰਾਹਮਣ ਮੈਂ ਕੋਹੜ ਨਾਲ ਮਾਰਿਆ ਹੋਇਆ, ਬੜਾ ਮਹਾਰਾਜ ਇਹ ਅਪਰਾਧੀ ਜਿਹਾ ਹੈ, ਸ਼ਰਾਬ ਦਾ ਸੇਵਨ ਕਰਦਾ ਹੈ, ਵਿਭਚਾਰੀ ਹੈ। ਮਹਾਰਾਜ ਨੂੰ ਕੋਹੜ ਹੋ ਗਿਆ। ਨਗਰ ਦੇ ਲੋਕਾਂ ਨੇ ਇਹਨੂੰ ਬਾਹਰ ਕੱਢ ਦਿੱਤਾ ਨਗਰ ਤੋਂ ਅਪਵਿੱਤਰ ਜਾਣ ਕਰਕੇ। ਸਤਿਗੁਰੂ ਜੀ ਨੂੰ ਐਡੀ ਦਇਆ ਆਈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਜੋ ਆਪਣੇ ਕਰ ਕਮਲਾਂ ਵਿੱਚ ਰੁਮਾਲ ਪਕੜਿਆ ਹੋਇਆ ਸੀ, ਹਜੂਰ ਕਹਿੰਦੇ ਭਾਈ ਗੁਰਬਖਸ਼ ਆ ਸਾਡਾ ਰੁਮਾਲ ਇਹਦੇ ਸਰੀਰ ਤੇ ਫੇਰ ਦੇ। ਜਦੋਂ ਸੱਚੇ ਪਾਤਸ਼ਾਹ ਜੀ ਦਾ ਉਹ ਪਵਿੱਤਰ ਰੁਮਾਲ ਭਾਈ ਗੁਰਬਖਸ਼ ਨੇ ਆਗਿਆ ਮੰਨਦਿਆਂ ਹੋਇਆਂ ਬ੍ਰਾਹਮਣ ਦੇ ਮੂੰਹ ਤੇ ਫੇਰਿਆ, ਜਿੱਧਰ ਜਿੱਧਰ ਦੀ ਰੁਮਾਲ ਲੰਘਿਆ ਸਾਰਾ ਕੋਹੜ ਹੀ ਸਾਫ਼ ਕਰ ਦਿੱਤਾ। ਸੱਚੇ ਪਾਤਸ਼ਾਹ ਜੀ ਨੇ ਐਡੀ ਬਖਸ਼ਿਸ਼ ਕੀਤੀ, ਉਹਨੂੰ ਸਿੱਖੀ ਦਿੱਤੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ। ਉਹਦੇ ਔਗਣ ਪਾਪ ਸਭ ਧੋ ਦਿੱਤੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦਾ ਦਰਸ਼ਨ ਹੀ ਇਹੋ ਜਿਹਾ। ਤਾਂ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਆਖਿਆ ਕਿ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿਠੈ ਸਭ ਦੁੱਖ ਜਾਏ। ਸੱਚੇ ਪਾਤਸ਼ਾਹ ਦੇ ਦਰਸ਼ਨ ਵੇਖਣ ਨਾਲ ਹੀ ਸਾਰੇ ਦੁੱਖ ਨਾਸ਼ ਹੋ ਜਾਂਦੇ ਹੈ। ਤਿੰਨਾਂ ਤਾਪਾਂ ਨੂੰ ਨਾਸ਼ ਕਰ ਦੇਣ ਵਾਲੇ ਹਨ। ਦਿੱਲੀ ਦੇ ਵਿੱਚ ਕਿਹੋ ਜਿਹੀ ਚੇਚਕ ਦੀ ਬਿਮਾਰੀ ਸੀ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਚਰਨਾਂ ਨੂੰ ਸੁਹਾ ਕਰਕੇ ਇਹੋ ਜਿਹਾ ਅੰਮ੍ਰਿਤ ਦਾ ਕੁੰਡ ਲਾਇਆ। ਗੁਰਦੁਆਰਾ ਬੰਗਲਾ ਸਾਹਿਬ ਆਪ ਜੀ ਦੀ ਪਵਿੱਤਰ ਯਾਦਗਾਰ। ਸੱਚੇ ਪਾਤਸ਼ਾਹ ਜੀ ਮਹਾਰਾਜ ਆਖਿਆ ਜਿਹੜਾ ਇਹਦੇ ਵਿੱਚ ਇਸ਼ਨਾਨ ਕਰੇਗਾ, ਜਲ ਛਕੇਗਾ, ਉਹਦੀ ਚੇਚਕ ਦੂਰ ਹੋਵੇਗੀ। ਸਾਰੀ ਦਿੱਲੀ ਤੋਂ ਚੇਚਕ ਖੰਭ ਲਾ ਕੇ ਉੱਡ ਗਈ ਸੀ। ਐਸੀ ਬਖਸ਼ਿਸ਼ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੀਤੀ। ਹੇ ਗਰੀਬ ਨਵਾਜ, ਆਪ ਤਿੰਨਾਂ ਹੀ ਤਾਪਾਂ ਨੂੰ ਨਾਸ਼ ਕਰ ਦੇਣ ਵਾਲੇ ਹੋ। ਹਜੂਰ ਦਾ ਦਰਸ਼ਨ ਹੀ ਐਸਾ ਪਵਿੱਤਰ ਹੈ। ਚਰਨ ਮਨੋਹਰ ਬੰਦਨਾ। ਜਿਹੜੇ ਮਹਾਰਾਜ ਦੇ ਚਰਨ ਹਨ ਨਾ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਕਵੀਰਾਜ ਕਹਿੰਦੇ ਮਨ ਨੂੰ ਮੋਹ ਲੈਣ ਵਾਲੇ ਹੈ। ਐਸੇ ਚਰਨਾਂ ਤੇ ਮੇਰੀ ਬੰਦਨਾ ਹੈ ਜਿਨ੍ਹਾਂ ਚਰਨਾਂ ਤੇ ਰਾਜਾ ਜੈ ਸਿੰਘ ਸਵਾਈ ਆਪ ਮੁਹਾਰਾ ਝੁਕ ਗਿਆ ਸੀ। ਰਾਜਾ ਜੈ ਸਿੰਘ ਸਵਾਈ ਦੀ ਜਿਹੜੀ ਪਟਰਾਣੀ ਸੀ ਨਾ, ਉਹਨੇ ਹਜੂਰ ਦੀ ਪਰਖ ਕਰਨੀ ਚਾਹੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਬਤ ਉਹਨੇ ਸੋਚਿਆ ਇੰਨੀ ਛੋਟੀ ਉਮਰ ਵੈ ਤੇ ਪਰਖਾਂ ਭਲਾ ਇਹਨਾਂ 'ਚ ਸ਼ਕਤੀ ਹੈ। ਉਹ ਗੋਲੀਆਂ ਵਾਲੇ ਕੱਪੜੇ ਪਾ ਕੇ ਪਿੱਛੇ ਜਾ ਕੇ ਬੈਠ ਗਈ ਤੇ ਜਿਹੜੀ ਗੋਲੀ ਸੀ ਉਹਨੂੰ ਪਟਰਾਣੀਆਂ ਵਾਲੇ ਕੱਪੜੇ ਪਵਾਤੇ ਤੇ ਮਨ ਵਿੱਚ ਫੁਰਨਾ ਕਰਦੀ ਹੈ, ਜੇ ਗੁਰੂ ਜੀ ਸ਼ਕਤੀ ਦੇ ਸਹਿਤ ਹਨ, ਸਮਰੱਥ ਹਨ ਤੇ ਮੈਨੂੰ ਪਹਿਚਾਨਣ, ਦੱਸਣ ਕਿ ਪਟਰਾਣੀ ਕੌਣ ਹੈ। ਹਜੂਰ ਸੱਚੇ ਪਾਤਸ਼ਾਹ ਆਪਣੇ ਕਰ ਕਮਲਾਂ ਵਿੱਚ ਇੱਕ ਫੁੱਲਾਂ ਦੀ ਛਟੀ ਮਹਾਰਾਜ ਜੀ ਰੱਖਿਆ ਕਰਦੇ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਉਹ ਸਭ ਦੇ ਸਿਰ ਦੇ ਉੱਤੇ ਲਾਉਂਦੇ ਗਏ, ਆ ਵੀ ਪਟਰਾਣੀ ਨਹੀਂ, ਆ ਵੀ ਪਟਰਾਣੀ ਨਹੀਂ। ਪਿੱਛੇ ਗੋਲੀਆਂ ਵਾਲੇ ਮੈਲੇ ਕੁਚੈਲੇ ਕੱਪੜੇ ਪਾ ਕੇ ਬੈਠੀ ਹੋਈ ਪਟਰਾਣੀ ਦੇ ਸੀਸ ਤੇ ਜਾ ਸਟੀ ਧਰੀ। ਮਹਾਰਾਜ ਕਹਿੰਦੇ ਪਟਰਾਣੀ ਤੂੰ ਗੋਲੀਆਂ ਵਾਲੇ ਕੱਪੜੇ ਕਿਉਂ ਪਾਏ ਐ? ਸਤਿਗੁਰੂ ਜੀ ਦੇ ਚਰਨਾਂ ਤੇ ਢਹਿ ਪਏ। ਗਰੀਬ ਨਵਾਜ ਮਾਫ ਕਰ ਦਿਓ, ਆਪ ਜੀ ਦਾ ਅਸੀਂ
ਇਹ ਪਰਖ ਕਰਨ ਦਾ ਹੌਸਲਾ ਕੀਤਾ, ਸਾਨੂੰ ਬਖਸ਼ ਲਓ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਮਨੋਹਰ ਚਰਨ ਗੁਰੂ ਗਰੀਬ ਨਵਾਜ ਜੀ ਦੇ, ਜਿਨ੍ਹਾਂ ਚਰਨਾਂ ਦੇ ਉੱਤੇ ਸਾਰੇ ਹੀ ਇੱਛਾ ਕਰਦੇ ਆ ਕਿ ਸਾਨੂੰ ਐਸੇ ਚਰਨਾਂ ਦੇ ਦਰਸ਼ਨ ਪ੍ਰਾਪਤ ਹੋਣ, ਮਹਾਰਾਜ ਦੇ ਚਰਨਾਂ 'ਤੇ ਸਾਨੂੰ ਮੱਥਾ ਟੇਕਣ ਦਾ ਅਵਕਾਸ਼ ਮੌਕਾ ਪ੍ਰਾਪਤ ਹੋਵੇ। ਕਵੀਰਾਜ ਕਹਿੰਦੇ ਹਨ, ਐਸੇ ਮਨੋਹਰ ਮਨ ਨੂੰ ਮੋਹ ਲੈਣ ਵਾਲੇ ਜਿਹੜੇ ਸੁੰਦਰ ਚਰਨ ਹਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ। ਜਿਨ ਸਿੱਖਨ ਸੁਖ ਕੀਨ, ਜਿਨ੍ਹਾਂ ਚਰਨਾਂ ਨੇ ਸਿੱਖਾਂ ਨੂੰ ਸੁਖ ਕਰ ਦਿੱਤਾ ਹੈ, ਆਤਮਿਕ ਸੁਖ ਕਰ ਦਿੱਤਾ ਹੈ, ਹਿਰਦੇ ਦਾ ਸੁਖ ਸਿੱਖਾਂ ਨੂੰ ਦੇ ਦਿੱਤਾ ਹੈ। ਐਸੇ ਮਨ ਨੂੰ ਮੋਹ ਲੈਣ ਵਾਲੇ ਚਰਨ ਹਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ। ਕਬਿਤ ਅਮਲ ਕਮਲ ਜੁਗ ਅਰੁਣ ਲਲਤ ਭਲ। ਕਵੀਰਾਜ ਹੁਣ ਮਹਾਰਾਜ ਜੀ ਦੇ ਚਰਨਾਂ ਦੀ ਉਪਮਾ ਕਰਦੇ ਐ। ਇਹ ਸੁੰਦਰਤਾਈ ਦੇ ਦ੍ਰਿਸ਼ਟਾਂਤ ਤੋਂ ਦ੍ਰਿਸ਼ਟਾਂਤ ਇੱਕ ਅੰਗੀ ਹੁੰਦਾ ਹੈ। ਸੁੰਦਰਤਾਈ ਤੋਂ ਦ੍ਰਿਸ਼ਟਾਂਤ ਦਿੰਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਦੀ ਸੋਭਾ ਤਾਂ ਬਿਆਨ ਹੀ ਨਹੀਂ ਕੀਤੀ ਜਾ ਸਕਦੀ, ਦੱਸਿਆ ਹੀ ਨਹੀਂ ਜਾ ਸਕਦਾ ਸ਼ਬਦਾਂ ਦੇ ਨਾਲ। ਪਰ ਕਵੀਰਾਜ ਜੀ ਫਿਰ ਪ੍ਰਮਾਣ ਧਰ ਕੇ ਦੱਸਦੇ ਆ ਨਾ ਕਿ ਸਾਨੂੰ ਸਤਿਗੁਰੂ ਜੀ ਦੇ ਚਰਨਾਂ ਦੀ ਮਹਿਮਾ ਸੁਣਨ ਨੂੰ ਪ੍ਰਾਪਤ ਹੋਵੇ। ਤੋ ਫਰਮਾਉਂਦੇ ਹਨ, ਅਮਲ ਕਮਲ ਜੁਗ ਅਰੁਣ ਲਲਤ ਭਲ। ਕਹਿੰਦੇ ਜਿਹੜਾ ਕਮਲ ਫੁੱਲ ਹੈ ਨਾ ਉਹ ਅਰਨ ਲਾਲ ਹੁੰਦਾ ਹੈ। ਇਸ ਪ੍ਰਕਾਰ ਉਸਦੇ ਜਿਹੜੇ ਪੱਤੇ ਹੈ ਉਹ ਬੜੀਆਂ ਪੰਖੜੀਆਂ ਲਾਲ ਹੁੰਦੀਆਂ, ਲਾਲਕੀ ਦੇ ਸਹਿਤ ਹੁੰਦੀਆਂ ਹਨ। ਸੱਚੇ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੇ ਪਵਿੱਤਰ ਚਰਨ ਕਮਲ ਹਨ ਉਹ ਸਾਰੀਆਂ ਹੀ ਮੈਲਾਂ ਤੋਂ ਰਹਿਤ ਹਨ। ਮਹਾਰਾਜ ਜੀ ਦੇ ਚਰਨ ਨਿਰਮਲ ਹਨ ਅਤੇ ਸਤਿਗੁਰਾਂ ਜੀ ਦੇ ਚਰਨਾਂ ਦੇ ਉੱਤੇ ਵੀ ਲਾਲਗੀ ਹੈ। ਤੇ ਇਸ ਪ੍ਰਕਾਰ ਫਿਰ ਪੜੋ, ਅਮਲ ਕਮਲ ਜੁਗ ਅਰੁਣ ਲਲਤ ਭਲ। ਤੇ ਇਸ ਪ੍ਰਕਾਰ ਲਲਤ ਜਿਹੜੀਆਂ ਹੁੰਦੀਆਂ ਨਾ ਉਹ ਪੰਕਤੀਆਂ ਹਨ, ਭਾਵ ਜਿਹੜੀਆਂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਲਲਤ ਜਿਹੜੀ ਹੈ ਸੁੰਦਰਤਾਈ ਹੈ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੀ ਸੁੰਦਰਤਾਈ ਬੜੀ ਲਾਲਗੀ ਦੇ ਸਹਿਤ ਸੋਭ ਰਹੀ ਹੈ। ਮੈਲ ਤੋਂ ਰਹਿਤ ਸਤਿਗੁਰੂ ਜੀ ਦੇ ਨਿਰਮਲ ਦੋਵੇਂ ਚਰਨ ਹਨ। ਤਾਂ ਕੇ ਦਲ ਅਵਲੀ ਸੋ ਹੀਰਨ ਕੀ ਜਟੀ ਸੀ। ਇਸ ਪ੍ਰਕਾਰ ਅਵਲੀ ਪੰਕਤੀ ਨੂੰ ਕਹਿੰਦੇ ਆ। ਕਹਿੰਦੇ ਸਤਿਗੁਰਾਂ ਜੀ ਦੇ ਜਿਹੜੀਆਂ ਇਸ ਪ੍ਰਕਾਰ ਦਲ ਪੱਤਿਆਂ ਨੂੰ ਕਹਿੰਦੇ ਆ ਨਾ, ਜਿਹੜੇ ਇਸ ਪ੍ਰਕਾਰ ਵੱਖਰੇ ਵੀ ਹੋਣ ਤੇ ਇੱਕ ਥਾਂ ਤੇ ਹੀ ਜੁੜੇ ਹੋਣ, ਜਿਵੇਂ ਚਰਨਾਂ ਦੀਆਂ ਉਂਗਲਾਂ ਹਨ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀਆਂ ਉਂਗਲਾਂ ਦੇ ਉੱਪਰ ਜਿਹੜੇ ਨਖਨ ਹਨ ਉਹਨਾਂ ਦੀ ਮਹਿਮਾ ਕਵੀਰਾਜ ਜੀ ਦੱਸਦੇ ਹੋਏ ਇੱਕ ਪ੍ਰਮਾਣ ਦਿੰਦੇ ਹਨ। ਇਸੇ ਪ੍ਰਕਾਰ ਹੀ ਤਾਂ ਕੇ ਦਲ ਅਵਲੀ ਸੋ ਹੀਰਨ ਕੀ ਜਟੀ ਸੀ। ਕਹਿੰਦੇ ਜਿਹੜੇ ਪੰਕਤੀਆਂ ਭਾਵ ਜਿਹੜੀਆਂ ਉਂਗਲੀਆਂ ਹਨ, ਉਂਗਲੀਆਂ ਦੇ ਉੱਤੇ ਜਿਹੜੀਆਂ ਨੌਹਾਂ ਦੀਆਂ ਪੰਕਤੀਆਂ ਹਨ ਉਹ ਇਉਂ ਲੱਗ ਰਿਹਾ ਜਿਵੇਂ ਹੀਰੇ ਹੀ ਖਚਤ ਕੀਤੇ ਹੋਣ, ਹੀਰੇ ਹੀ ਜੜੇ ਹੋਣ। ਇਹੋ ਜਿਹੇ ਸੁੰਦਰ ਨਹੁੰ ਮਹਾਰਾਜ ਜੀ ਦੇ ਚਰਨਾਂ ਦੇ ਫੱਬ ਰਹੇ ਹਨ। ਕਿਦੋਂ ਓਡ ਪਾਤ ਹਿਤ ਆਪ ਚਿਤ ਲੋਕ ਮਾਤ। ਕਹਿੰਦੇ ਜਾਂ ਇਉਂ ਲੱਗ ਰਿਹਾ ਹੈ ਕਿ ਜਿਹੜੇ ਆਕਾਸ਼ ਦੇ ਤਾਰੇ ਹਨ ਉਹ ਵਾਯੂਮੰਡਲ ਵਿੱਚ ਵਿਚਰਨਾ ਛੱਡ ਕਰਕੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਹੀ ਆ ਕਰਕੇ ਬਿਰਾਜਮਾਨ ਹੋ ਗਏ ਹੈ ਕਿ ਇੱਥੇ ਸਾਨੂੰ ਜ਼ਿਆਦੀ ਸੋਭਾ ਬਣਦੀ ਹੈ। ਆਕਾਸ਼ ਵਿੱਚ ਵਿਚਰਨਾ ਛੱਡ ਕਰਕੇ ਤਾਰਾ ਮੰਡਲ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਹੀ ਆ ਕਰਕੇ ਵਾਸ ਕਰ ਲਿਆ ਹੋਵੇ। ਹਜੂਰ ਦੇ ਚਰਨ ਕਵੀਰਾਜ ਜਦੋਂ ਧਿਆਨ ਟਿਕਾਉਂਦੇ ਹੋਣਗੇ ਤੇ ਕੈਸਾ ਦਰਸ਼ਨ ਕਰਦੇ ਹੋਏ ਮਹਾਰਾਜ ਜੀ ਦੇ ਚਰਨਾਂ ਦੀ ਉਪਮਾ ਕਰਦੇ ਹੈ। ਪਰ ਫਿਰ ਕਹਿੰਦੇ ਹੈ ਕਿ ਸਭ ਕੁਝ ਹੀ ਇਹ ਛੋਟਾ ਹੈ, ਸੱਚੇ ਪਾਤਸ਼ਾਹ ਦੇ ਚਰਨਾਂ ਦੇ ਬਰਾਬਰ ਕੁਝ ਵੀ ਨਹੀਂ ਆ ਸਕਦਾ। ਪਰ ਸਿੱਖਾਂ ਦੇ ਮਨ ਦੇ ਅੰਦਰ ਸ਼ਰਧਾ ਬਣੇ, ਪ੍ਰੇਮ ਬਣੇ। ਕਵੀਰਾਜ ਐਸੇ ਪ੍ਰੇਮ ਵਿੱਚ ਭਿੱਜੇ ਹੋਏ ਬੋਲ ਲਿਖ ਰਹੇ ਹੈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੇ ਨਹੁੰ ਇਉਂ ਪ੍ਰਤੀਤ ਹੁੰਦੇ। ਪਹਿਲਾਂ ਤਾਂ ਪ੍ਰਮਾਣ ਦਿੱਤਾ ਹੈ ਕਿ ਇਉਂ ਲੱਗਦਾ ਜਿਵੇਂ ਹੀਰੇ ਜੜੇ ਹੋਣ ਸੱਚੇ ਪਾਤਸ਼ਾਹ ਜੀ ਦੀਆਂ ਉਂਗਲਾਂ ਦੇ ਉੱਪਰ, ਐਸੇ ਨਖਨ ਸੁੰਦਰ ਭਾਖ ਰਹੇ ਨੇ, ਭਾਸ ਰਹੇ ਹਨ। ਫਿਰ ਇਸ ਪ੍ਰਕਾਰ ਦੂਸਰਾ ਪ੍ਰਮਾਣ ਦਿੱਤਾ ਹੈ ਕਿ ਜਿਵੇਂ ਤਾਰਿਆਂ ਨੇ ਆਕਾਸ਼ ਮੰਡਲ ਵਿੱਚ ਵਾਯੂ ਮੰਡਲ ਵਿੱਚ ਵਿਚਰਨਾ ਛੱਡ ਕਰਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਹੀ ਆ ਕਰਕੇ ਵਾਸ ਕਰ ਲਿਆ ਹੋਵੇ। ਤਜੀ ਨਭ ਗਤ ਥਿਤ ਐਸੀ ਬੇਦ ਠਟੀ ਸੀ। ਤੋ ਤਜੀ ਨਭ ਗਤ, ਨਭ ਆਕਾਸ਼ ਦੀ ਗਤ ਜਿਹੜੀ ਵਿਚਰਨਾ ਹੈ ਨਾ ਉਹ ਹਾਲਤ ਛੱਡ ਕਰਕੇ ਇਹੋ ਜੀ ਕਹਿੰਦੇ ਹਾਲਤ ਠਟੀ ਸੀ ਮੈਨੂੰ ਲੱਗ ਰਹੀ ਹੈ ਕਿ ਤਾਰਿਆਂ ਨੇ ਜਿਹੜਾ ਹੈ ਉਹ ਵਿਚਰਨਾ ਛੱਡ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਵਾਸ ਕਰ ਲਿਆ ਹੈ। ਇਹ ਪੰਕਤੀ ਪੂਰੀ ਫਿਰ ਪੜੋ।
ਕਿਦੋਂ ਉੱਡ ਪਾਂਤ ਹਿਤ ਆਪ ਚਿਤ ਲੋਕ ਮਾਤ। ਇਸ ਤਰ੍ਹਾਂ ਕਹਿੰਦੇ ਆ ਕਿ ਮਾਤ ਲੋਕ ਵਿੱਚ ਆ ਗਏ ਆ, ਆਪਣਾ ਭਲਾ ਚਿਤਵ ਕਰਕੇ ਜਿਹੜੇ ਤਾਰੇ ਹਨ ਆਕਾਸ਼ ਦੇ। ਤਜੀ ਨਭ ਗਤ ਥਿਤ ਐਸੀ ਬਿਦ ਠੱਟੀ ਸੀ। ਆਕਾਸ਼ ਵਿੱਚ ਵਿਚਰਨਾ ਛੱਡ ਕਰਕੇ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਆ ਕੇ ਵਾਸ ਕਰ ਲਿਆ। ਇਸ ਤਰ੍ਹਾਂ ਦੀ ਵਿਧੀ ਕਹਿੰਦੇ ਸਨ ਮੈਨੂੰ ਮਹਿਸੂਸ ਹੋ ਰਹੀ ਹੈ, ਇਉਂ ਲੱਗ ਰਿਹਾ ਹੈ। ਕਿਦੋਂ ਵਿਸ਼ਵਕਰਮਾ ਨੇ ਸੇਖ ਤੇ ਮੰਨ ਲੇ। ਤੇ ਫਿਰ ਤੀਸਰਾ ਪ੍ਰਮਾਣ ਕਵੀਰਾਜ ਦਿੰਦੇ, ਕਹਿੰਦੇ ਜਾਣੋ ਕਿਉਂ ਲੱਗ ਰਿਹਾ ਕਿ ਜਾਂ, ਕਿਦੋਂ ਦਾ ਅਰਥ ਹੈ ਜਾਂ। ਵਿਸ਼ਵਕਰਮਾ ਨੇ ਸ਼ੇਸ਼ਨਾਗ ਦੇ ਕੋਲੋਂ ਜਿਹੜੀਆਂ ਹਨ ਨਾ ਮਣੀਆਂ ਲੈ ਕਰਕੇ ਕਾਂਤ ਹਿਤ ਖਚੀ ਬਸੈ ਰਮਾ ਸਾਜ ਕੁਟੀ ਸੀ। ਇਹ ਕਾਂਤੀ ਵਾਸਤੇ ਭਾਵ ਸੋਭਾ ਵਾਸਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਦੇ ਉੱਤੇ ਹੀ ਜਿਵੇਂ ਜਿਹੜੀਆਂ ਹਨ ਉਹ ਲਾ ਦਿੱਤੀਆਂ ਹੋਣ, ਭਾਵ ਸੋਹਣੀਆਂ ਮਣੀਆਂ ਦੀ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਹੜੇ ਚਰਨਾਂ ਦੇ ਨਖਨ ਹਨ ਉਹ ਮਣੀਆਂ ਦੀ ਤਰ੍ਹਾਂ ਪ੍ਰਕਾਸ਼ ਰਹੇ। ਉਹ ਲੱਗ ਰਿਹਾ ਜਿਵੇਂ ਵਿਸ਼ਵਕਰਮਾ ਨੇ ਸੇਵਾ ਕਰ ਦਿੱਤੀ ਹੋਵੇ ਕਿ ਸੱਚੇ ਪਾਤਸ਼ਾਹ ਮੈਨੂੰ ਮੌਕਾ ਦਿਓ। ਮਹਾਰਾਜ ਸੱਚੇ ਪਾਤਸ਼ਾਹ ਦੇ ਉਹ ਚਰਨਾਂ ਦੇ ਨਹੁੰ ਨਹੀਂ। ਕਵੀਰਾਜ ਕਹਿੰਦੇ ਮੈਨੂੰ ਤਾਂ ਇਉਂ ਲੱਗਦਾ ਜਿਵੇਂ ਵਿਸ਼ਵਕਰਮਾ ਨੇ ਨਾ ਇਹ ਸ਼ੇਸ਼ਨਾਗ ਦੇ ਕੋਲੋਂ ਮਣੀਆਂ ਲੈ ਲਈਆਂ ਹੋਣ ਕਿ ਮੈਨੂੰ ਇਹ ਸੇਵਾ ਕਰਨੀ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਨਹੁੰਾਂ ਦੇ ਉੱਤੇ ਮੈਂ ਮਣੀਆਂ ਲਾਉਣੀਆਂ ਹਨ। ਇਸ ਪ੍ਰਕਾਰ ਕਹਿੰਦੇ ਵਿਸ਼ਵਕਰਮਾ ਨੇ ਹੀ ਸੇਵਾ ਕੀਤੀ ਹੈ। ਇਸੇ ਪ੍ਰਕਾਰ ਹੀ ਕਿਦੋਂ ਵਿਸ਼ਵਕਰਮਾ ਨੇ ਸਿੱਖ ਤੇ ਮੰਨ ਲੇ। ਤੇ ਵਿਸ਼ਵਕਰਮਾ ਨੇ ਕਿਦੋਂ ਜਿਹੜੀ ਸ਼ੇਸ਼ਨਾਗ ਦੇ ਕੋਲੋਂ ਮਣੀਆਂ ਲੈ ਕਰਕੇ ਕਾਂਤ ਹਿਤ ਖਚੀ ਬਸੈ ਰਮਾ ਸਾਜ ਕੁਟੀ ਸੀ। ਤੇ ਕ੍ਰਾਂਤੀ ਵਾਸਤੇ ਸਜ ਦਿੱਤੀਆਂ, ਸੋਭਾ ਵਾਸਤੇ ਲਾ ਦਿੱਤੀਆਂ। ਤੇ ਇਉਂ ਲੱਗ ਰਿਹਾ ਜਿਵੇਂ ਰਮਾ ਲక్ష్ਮੀ ਨੇ ਜਿਹੜਾ ਹੈ ਨਾ ਇਹ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਹੀ ਵਾਸ ਕਰ ਲਿਆ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ 'ਚ ਹੀ ਇਸ ਪ੍ਰਕਾਰ ਜਿਹੜੀ ਉਹਨੇ ਕੁਟੀਆ ਪਾ ਲਈ ਹੈ। ਮਹਾਰਾਜ ਦੇ ਚਰਨਾਂ 'ਚ ਘਰ ਕਰ ਲਿਆ। ਲక్ష్ਮੀ ਵਾਸ ਕਰਦੀ ਹੈ ਸੱਚੇ ਪਾਤਸ਼ਾਹ ਦੇ ਚਰਨਾਂ 'ਚ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜਦੋਂ ਮਹਾਰਾਜ ਜੀ ਤਖਤ ਤੇ ਬੈਠਦੇ, ਜਦੋਂ ਹਜ਼ੂਰ ਦਿੱਲੀ ਆਏ ਆ, ਇਤਿਹਾਸ ਜ਼ਿਕਰ ਕਰਦਾ ਹੈ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਤਾਂਤਾ ਲੱਗਾ ਰਹਿੰਦਾ ਸੀ। ਮਾਇਆ ਦੇ ਢੇਰ ਲੱਗ ਜਾਂਦੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ। ਹਜ਼ੂਰ ਉੱਠ ਕੇ ਆਪਣੀ ਮੌਜ ਨਾਲ ਹੀ ਸੱਚੇ ਪਾਤਸ਼ਾਹ ਜੀ ਵਿਚਰਨ ਵਾਸਤੇ ਚਲੇ ਜਾਂਦੇ, ਸਿੱਖਾਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਉਂ ਮਾਇਆ ਚੜ੍ਹਦੀ ਹੈ। ਕਵੀਰਾਜ ਕਹਿੰਦੇ ਉਹ ਲੱਗਦਾ ਜਿਵੇਂ ਲక్ష్ਮੀ ਨੇ ਵਾਸ ਹੀ ਮਹਾਰਾਜ ਦੇ ਚਰਨਾਂ 'ਚ ਕਰ ਲਿਆ ਹੋਵੇ। ਚਰਨ ਕਮਲ ਹਰਿ ਕ੍ਰਿਸ਼ਨ ਅਨੂਪ ਬਨੇ। ਕਹਿੰਦੇ ਐਸੇ ਉਪਮਾ ਤੋਂ ਰਹਿਤ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨ ਬਣੇ ਹਨ। ਨਖ ਸ਼ਸ ਸਕਲ ਸੇ ਉਪਮਾ ਨਾ ਲਟੀ ਸੀ। ਕਹਿੰਦੇ ਇਸ ਪ੍ਰਕਾਰ ਜਿਹੜੀ ਹੈ ਨਾ ਮਹਾਰਾਜ ਜੀ ਦੇ ਜਿਹੜੇ ਨਖਨ ਹਨ ਉਹ ਚੰਦਰਮਾ ਜਿਹੜਾ ਹੈ ਨਾ ਸੱਸ ਚੰਦਰਮਾ ਨੂੰ ਕਹਿੰਦੇ ਹੈ। ਉਹਦੀ ਜਿਹੜੀ ਸ਼ਕਲ ਹੈ ਉਹਦੀਆਂ ਜਿਹੜੀਆਂ ਟੁਕੜੀਆਂ ਹਨ ਭਾਵ ਜਿਵੇਂ ਚੰਦਰਮਾ ਦਾ ਸਰੂਪ ਹੁੰਦਾ ਹੈ, ਐਸੇ ਮਹਾਰਾਜ ਜੀ ਦੇ ਪਵਿੱਤਰ ਚਰਨ ਜਿਹੜੇ ਉੱਜਲ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਹੁੰ ਇਸ ਪ੍ਰਕਾਰ ਚਮਕਦੇ ਹੈ। ਪਰ ਕਹਿੰਦੇ ਸੋ ਉਪਮਾ ਨਾ ਲਟੀ ਸੀ। ਕਹਿੰਦੇ ਇਹ ਉਪਮਾ ਵੀ ਜਿਹੜੀ ਹੈ ਨਾ ਉਹ ਦੇਣੀ ਅਯੋਗ ਵੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦੀ ਉਪਮਾ ਤਾਂ ਮਹਾਰਾਜ ਸਾਹਿਬ ਜੀ ਦੇ ਚਰਨ ਹੀ ਹਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਬਰਾਬਰ ਹੋਰ ਕੋਈ ਚੀਜ਼ ਆ ਨਹੀਂ ਸਕਦੀ। ਇਹ ਕਵੀਰਾਜ ਜੀ ਦੇ ਸ਼ਰਧਾ ਦਾ ਖਿਆਲ ਪ੍ਰਗਟ ਕਰਦਿਆਂ ਹੋਇਆਂ ਪਹਿਲਾਂ ਉਪਮਾ ਦਿੱਤੀ ਹੈ, ਫਿਰ ਕਿਹਾ ਕਿ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਉਪਮਾ ਕੀ ਦਈਏ। ਨਾ ਤਾਂ ਹੀਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਰਗੇ ਸੁੰਦਰ ਵੈ, ਨਾ ਮਣੀਆਂ ਸੁੰਦਰ ਵੈ, ਨਾ ਇਸ ਪ੍ਰਕਾਰ ਜਿਹੜੀ ਵਿਸ਼ਵਕਰਮਾ ਨੇ ਜੜ ਦਿੱਤੀਆਂ ਹਨ ਮਣੀਆਂ, ਨਾ ਲక్ష్ਮੀ ਜਿਹੜੀ ਆ ਉਹ ਵਾਸ ਕਰਦੀ ਤੇ ਇੰਨੀ ਸੁੰਦਰ ਨਹੀਂ ਜਿੰਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨ ਸੁੰਦਰ ਹਨ। ਕਹਿੰਦੇ ਅਣਜਾਣ ਪੁਣੇ ਵਾਲੀ ਗੱਲ ਹੈ ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਬਰਾਬਰ ਇਹਨਾਂ ਚੀਜ਼ਾਂ ਨੂੰ ਕਹੀਏ। ਹਜ਼ੂਰ ਦੇ ਚਰਨ ਤਾਂ ਜਿਹੜੀ ਆ ਉਹਨਾਂ ਦੀ ਸ਼ਬਦਾਂ ਨਾਲ ਮਹਿਮਾ ਨਹੀਂ ਕਹੀ ਜਾ ਸਕਦੀ। ਦੋਹਰਾ ਤੇਗ ਬਹਾਦਰ ਧਰਮ ਧੁਜ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਨਾਮ ਦਾ ਮੰਗਲਾ ਚਰਨ ਕਰਦੇ ਹੈ, ਹਜ਼ੂਰ ਦੇ ਚਰਨਾਂ ਨੂੰ ਪਰਸਦੇ ਹਨ। ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਨਾਮ ਦਾ ਮੰਗਲਾ ਚਰਨ ਆਪਾਂ ਇੱਥੇ ਅੱਜ ਸਮਾਪਤੀ ਕਰਾਂਗੇ। ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਗਰੀਬ ਨਵਾਜ਼ ਜੀ ਦੇ ਨਾਮ ਦਾ ਮੰਗਲਾ ਚਰਨ ਆਰੰਭ ਹੋਵੇਗਾ।
ਤੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਪਰਸਦੇ ਹਨ। ਧਰਮ ਤੁਜ ਦੁਬਾਰਾ ਫਿਰ ਪੜੋ ਸਾਰੇ। ਤੇਗ ਬਹਾਦਰ ਧਰਮ ਤੁਜ ਤੇਗ ਬਹਾਦਰ ਧਰਮ ਧੁਜ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਧਰਮ ਦੀ ਧੁਜਾ ਹਨ, ਧਰਮ ਦਾ ਨਿਸ਼ਾਨ ਹਨ। ਸੱਚੇ ਪਾਤਸ਼ਾਹ ਧਰਮ ਹੇਤ ਸਾਕਾ ਜਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਸੱਚੇ ਪਾਤਸ਼ਾਹ ਜੀ ਮਹਾਰਾਜ ਧਰਮ ਦੀ ਧੁਜਾ ਹਨ, ਜਿਨ੍ਹਾਂ ਨੇ ਆਪਣੇ ਸ਼ੀਸ਼ ਦਾ ਬਲੀਦਾਨ ਦੇ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਧਰਮ ਰੱਖਿਆ। ਗਰੀਬ ਨਵਾਜ ਜੀ ਨੇ ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਲਿਖਿਆ, ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀਨਾ ਉਚਰੀ। ਐਸੀ ਧਰਮ ਦੀ ਧੁਜਾ, ਧਰਮ ਦਾ ਨਿਸ਼ਾਨ ਹਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਜਾਣੋ ਧਰਮ ਨੂੰ ਸਥਿਤ ਕਰਨ ਵਾਲੇ ਨੇ, ਧਰਮ ਦਾ ਬੀਜ ਰੱਖਣ ਵਾਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਹਰਤਾ ਤੁਰਕਨ ਮੂਲ ਤੁਰਕਾਂ ਦੀ ਜਿਹੜੀ ਮੂਲ ਜੜ ਹੈ ਨਾ, ਇਹਨੂੰ ਹਰਨ ਵਾਲੇ ਆ, ਨਾਸ਼ ਕਰਨ ਵਾਲੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਆਪਣੇ ਸੀਸ ਦਾ ਬਲੀਦਾਨ ਦਿੱਤਾ ਹੈ, ਤੁਰਕਾਂ ਦੇ ਰਾਜ ਪ੍ਰਤਾਪ ਦਾ ਸੂਰਜ ਉਸ ਸਮੇਂ ਬਹੁਤ ਠਾਠਾਂ ਮਾਰਦਾ ਸੀ, ਪਰ ਗੁਰੂਦੇਵ ਨੇ ਜਦੋਂ ਆਪਣੇ ਸ਼ੀਸ਼ ਦਾ ਬਲੀਦਾਨ ਦਿੱਤਾ, ਇਹ ਢਲਦਾ ਢਲਦਾ ਇਹੋ ਜਿਹਾ ਢਲ ਗਿਆ ਕਿ ਤੁਰਕਾਂ ਦਾ ਸਾਰਾ ਰਾਜ ਹੀ ਮਹਾਰਾਜ ਨੇ ਸਮਾਪਤ ਕਰ ਦਿੱਤਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਚਨ ਕਹੇ ਸੀ ਜਦੋਂ ਬਾਬਰ ਨੇ ਸਤਿਗੁਰਾਂ ਜੀ ਕੋਲੋਂ ਮੰਗ ਕੇ ਰਾਜ ਲਿਆ ਸੀ, ਮਹਾਰਾਜ ਸੱਚੇ ਪਾਤਸ਼ਾਹ ਮੇਰੀ ਪੁਸ਼ਤਾਂ 'ਚੋਂ ਰਾਜ ਨਾ ਮੁੱਕੇ। ਸਤਿਗੁਰੂ ਜੀ ਕਹਿੰਦੇ ਨਿਆਂ ਕਰੋਗੇ ਤੇ ਰਾਜ ਰਹੇਗਾ, ਜ਼ੁਲਮ ਕਰੋਗੇ ਤੇ ਸੀਸ ਦੇ ਕੇ ਰਾਜ ਨਾਸ਼ ਕਰ ਦਿਆਂਗੇ। ਇਹ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਕਹੇ ਹੋਏ ਵਾਕ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਨਰੰਗੇ ਦੇ ਜ਼ੁਲਮਾਂ ਦਾ ਟਾਕਰਾ ਕਰਦਿਆਂ ਹੋਇਆਂ ਸਤਿਗੁਰਾਂ ਜੀ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ। ਤਿਲਕ ਤੇ ਜੰਨੂ ਦੀ ਖਾਤਰ ਮਹਾਰਾਜ ਆਪ ਦੇ ਸੀਸ ਦਾ ਬਲੀਦਾਨ ਦਿੱਤਾ। ਕਵੀ ਰਾਜਿਓਂ ਫਰਮਾਉਂਦੇ ਆ ਇਸੇ ਪ੍ਰਕਾਰ ਹੀ, ਤੇਗ ਬਹਾਦਰ ਧਰਮ ਤੁਜ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਧਰਮ ਦਾ ਨਿਸ਼ਾਨ ਹਨ। ਹਰਤਾ ਤੁਰਕਨ ਮੂਲ ਤੁਰਕਾਂ ਦੀਆਂ ਮੂਲ ਜੜ੍ਹਾਂ ਹੀ ਮੁੱਢ ਤੋਂ ਪੁੱਟ ਦੇਣ ਵਾਲੇ ਹਨ, ਨਾਸ਼ ਕਰ ਦਿੱਤਾ ਜ਼ਾਲਮ ਰਾਜ ਨੂੰ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਔਰੰਗਜ਼ੇਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਸੀ ਮਹਾਰਾਜ ਤੁਹਾਨੂੰ ਵੱਡਾ ਪੀਰ ਬਣਾ ਦਿਆਂਗੇ, ਸਾਰੀ ਹਿੰਦੁਸਤਾਨ ਦੀ ਖਲਕਤ ਤੁਹਾਡੇ ਚਰਨਾਂ ਤੇ ਝੁਕਾ ਦਿਆਂਗਾ, ਮਹਾਰਾਜ ਤੁਸੀਂ ਇਸਲਾਮ ਕਬੂਲ ਕਰ ਲਓ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਸੀ ਨਰੰਗਿਆ, ਜੇ ਕੋਈ ਇਸਲਾਮ ਕਬੂਲ ਕਰਦਾ ਏ ਤੇ ਫਿਰ ਉਹਨੂੰ ਮੌਤ ਨਹੀਂ ਆਉਂਦੀ, ਮਰਨਾ ਤਾਂ ਸਭ ਦੇ ਸਿਰ ਤੇ ਇੱਕ ਜਿਹਾ ਹੈ। ਕੋਈ ਵੀ ਸਿਆਣਾ ਪੁਰਖ ਆਪਣੇ ਧਰਮ ਨੂੰ ਛੱਡ ਕਰਕੇ ਮਰਨਾ ਪਸੰਦ ਨਹੀਂ ਕਰਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਔਰੰਗਜ਼ੇਬ ਨੂੰ ਇਹੋ ਜਿਹਾ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਬਕ ਸਿਖਾਇਆ। ਉਹ ਸਮਝਦਾ ਸੀ ਕਿ ਮੇਰਾ ਮੰਤਰੀ ਮੰਡਲ ਬੜਾ ਚਲਾਕ ਹੈ, ਮੈਂ ਗੁਰੂ ਸਾਹਿਬ ਜੀ ਨੂੰ ਗੱਲਾਂ ਦੇ ਨਾਲ ਛੱਡ ਲਵਾਂਗਾ, ਪਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਸੀ ਅਸੀਂ ਸੀਸ ਤਾਂ ਆਪਣਾ ਦੇ ਦਿਆਂਗੇ, ਪਰ ਇਹਨਾਂ ਨਿਮਾਣਿਆਂ ਨਤਾਣਿਆਂ ਦੀ ਬਾਂਹ ਨਹੀਂ ਛੱਡਾਂਗੇ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਬਤ ਕਵੀਰਾਜ ਫਰਮਾਉਂਦੇ ਹਨ। ਚਰਨ ਸ਼ਰਨ ਤਾਰਨ ਤਰਨ। ਪਿਛਲੀ ਪੰਕਤੀ, ਤੇਗ ਬਹਾਦਰ ਧਰਮ ਤੁਜ। ਹਾਂਜੀ। ਹਰਤਾ ਤੁਰਕਨ ਮੂਲ। ਹਾਂਜੀ। ਚਰਨ ਸ਼ਰਨ ਤਾਰਨ ਤਰਨ। ਸੱਚੇ ਪਾਤਸ਼ਾਹ ਦੇ ਚਰਨਾਂ ਦੀ ਜਿਹੜੀ ਸ਼ਰਨ ਹੈ ਨਾ, ਉਹ ਤਾਰਨ ਵਾਸਤੇ ਤਰਨ ਜਹਾਜ਼ ਦੀ ਨਿਆਈ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਦੀ ਸ਼ਰਨ ਵਿੱਚ ਜਿਹੜਾ ਪੈ ਗਿਆ, ਉਹ ਸੰਸਾਰ ਸਮੁੰਦਰ ਤੋਂ ਪਾਰ ਉਦਰ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਦੀਨ ਦਿਆਲ ਹਨ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਆਖਿਆ, ਤੇਗ ਬਹਾਦਰ ਸਿਮਰਿਆ ਘਰ ਨਾਉ ਦੇ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਮਹਾਰਾਜ ਜੀ ਦੇ ਚਰਨਾਂ ਦੀ ਸ਼ਰਨ ਜਿਹੜੀ ਹੈ, ਉਹ ਤਰਨ ਵਾਸਤੇ ਸੰਸਾਰ ਸਮੁੰਦਰ ਨੂੰ ਜਹਾਜ਼ ਦੀ ਨਿਆਈ ਹੈ। ਇਸ ਕਰਕੇ ਇਹ ਮੇਰੇ ਮਨਾ ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸ਼ਰਨ ਪੈ ਜਾ। ਨਮੋ ਹੋਏ ਅਨਕੂਲ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨੁਸਾਰੀ ਹੋ ਕਰਕੇ, ਸੱਚੇ ਪਾਤਸ਼ਾਹ ਦੇ ਅਨੁਕੂਲ ਸ਼ਰਨ ਪੈ ਕਰਕੇ ਮਹਾਰਾਜ ਆਪ ਦੇ ਚਰਨਾਂ ਤੇ ਮੈਂ ਨਮਸਕਾਰ ਕਰਦਾ ਹਾਂ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਤੇ ਮੇਰੀ ਨਮਸਕਾਰ ਹੈ, ਬੰਦਨਾ ਹੈ। ਇਹ ਕਵੀਰਾਜ ਪਿਆਰ ਸ਼ਰਧਾ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਚਰਨਾਂ ਨੂੰ ਪਰਸਦੇ ਨੇ। ਸਵਈਆ ਬਰ ਕੀਰਤ ਜੌਨ ਅਮੀਗਤ ਭਾਉਨ। ਹੁਣ ਕਵੀਰਾਜ ਚੰਦਰਮੇ ਦੇ ਵਿੱਚ ਜਿਹੜੀਆਂ ਚੀਜ਼ਾਂ ਹਨ,
ਉਹਨਾਂ ਨੂੰ ਗਿਣਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਵਿੱਚ ਕੀ ਵਿਸ਼ੇਸ਼ਤਾਈ ਹੈ, ਇਉਂ ਫਰਮਾਉਂਦੇ ਹਨ। ਬਰ ਕੀਰਤ ਜਾਉਨ ਅਮੀਗਤ ਭਾਉਨ। ਕਹਿੰਦੇ ਜੌਨ ਚਾਂਦਨੀ ਹੈ ਚੰਦਰਮਾ ਦੇ ਅੰਦਰ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਦਰ ਕਹਿੰਦੇ ਬਰ ਸ੍ਰੇਸ਼ਟ ਕੀਰਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਰੂਪੀ ਚਾਂਦਨੀ ਦਾ ਫੈਲਾਅ ਹੋ ਰਿਹਾ ਹੈ। ਸਾਰੇ ਸੰਸਾਰ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਸ ਫੈਲਿਆ, ਕਿਉਂਕਿ ਉਸ ਸਮੇਂ ਕੋਈ ਧਰਮ ਨੂੰ ਰੱਖਣ ਦੇ ਸਮਰੱਥ ਨਹੀਂ ਸੀਗਾ। ਦੇਵੀ ਦੇਵਤਿਆਂ ਨੇ ਵੀ ਕਹਿ ਦਿੱਤਾ ਸੀਗਾ, ਉਸ ਜਿਹੜੇ ਕਿੱਡੇ ਕਿੱਡੇ ਸਮਰੱਥ ਵਿਦਵਾਨ ਸੀਗੇ, ਤਾਂ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਅੱਜ ਕਲਯੁਗ ਦੇ ਸਮੇਂ ਵਿੱਚ ਕੋਈ ਵੀ ਤੁਹਾਡਾ ਧਰਮ ਰੱਖਣ ਨੂੰ ਸਮਰੱਥ ਨਹੀਂ। ਜੇ ਧਰਮ ਦੀ ਰੱਖਿਆ ਚਾਹੁੰਦੇ ਹੋ ਤੇ ਜਾਓ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਚਰਨਾਂ ਦੀ ਸ਼ਰਨ ਪਾਓ, ਸੱਚੇ ਪਾਤਸ਼ਾਹ ਜੀ ਮਹਾਰਾਜ ਤੁਹਾਡੇ ਧਰਮ ਦੀ ਰੱਖਿਆ ਕਰਨਗੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਰੂਪੀ ਚਾਂਦਨੀ ਜਿਹੜੀ ਹੈ ਨਾ, ਉਹਦਾ ਫੈਲਾਅ ਹੋਇਆ ਹੈ। ਸਾਰੀ ਕਾਇਨਾਤ ਵਿੱਚ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਛਾ ਗਈ ਹੈ। ਸਤਿਗੁਰਾਂ ਜੀ ਨੇ ਕਿਹਾ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ ਸਭ ਜਗ ਭਇਓ ਜੈ 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 ਸੁਰ ਲੋਕ। ਜਦੋਂ ਸਤਿਗੁਰਾਂ ਨੇ ਸ਼ਹਾਦਤ ਦਿੱਤੀ, ਦੇਵੀ ਦੇਵਤਿਆਂ ਸੁਰ ਲੋਕ ਵਿੱਚ ਵੀ ਜੈ ਜੈਕਾਰ ਦੇ ਡੰਕੇ ਵੱਜੇ। ਸੰਸਾਰ ਵਿੱਚ ਜੀਆਂ ਨੇ ਹਾਹਾਕਾਰ ਕੀਤੀ। ਐਸੇ ਦੀਨ ਦਿਆਲ ਸਤਿਗੁਰੂ ਜੀ ਦੀ ਜਦੋਂ ਸ਼ਹਾਦਤ ਹੋਈ ਹੈ, ਮਹਾਰਾਜ ਦੀ ਕੀਰਤੀ ਰੂਪੀ ਚਾਂਦਨੀ ਦਾ ਫੈਲਾਅ ਹੋਇਆ। ਫਿਰ ਅਮੀਗਤ ਜਿਹੜੀ ਇਸ ਪ੍ਰਕਾਰ ਜਿਹੜੀ ਹਾਲਤ ਹੈ, ਇਹ ਚੰਦਰਮਾ ਕਹਿੰਦੇ ਅੰਮ੍ਰਿਤ ਦਰਵ ਦਾ ਹੈ ਚੰਦਰਮਾ ਵਿੱਚੋਂ। ਤੇ ਇਸ ਪ੍ਰਕਾਰ ਜਿਹੜਾ ਮੰਨਿਆ ਜਾਂਦਾ ਹੈ ਕਿ ਸਾਰੇ ਫਲਾਂ ਵਿੱਚ ਬਨਸਪਤੀ ਵਿੱਚ ਚੰਦਰਮਾ ਜਿਹੜਾ ਰਸ ਭਰਦਾ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਰੂਪ ਵਿੱਚੋਂ ਵੀ ਅੰਮ੍ਰਿਤ ਵਰਸਦਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਅੱਜ ਵੀ ਅੰਮ੍ਰਿਤ ਦੀ ਵਰਖਾ ਕਰਦੀ ਹੈ। ਸੱਚੇ ਪਾਤਸ਼ਾਹ ਜੀ ਦੀ ਬਾਣੀ ਇੰਨੀ ਬਰਾਗਮਈ ਹੈ, ਕਠੋਰ ਤੋਂ ਕਠੋਰ ਚਿੱਤ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਅਸਰ ਕਰਦੀ ਹੈ। ਪੱਥਰ ਦਿਲ ਦੇ ਉੱਤੇ ਵੀ ਮਹਾਰਾਜ ਦੀ ਬਾਣੀ ਅਸਰ ਕਰਦੀ ਹੈ। ਇੰਨਾ ਬਰਾਗ ਭਰਿਆ ਹੋਇਆ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ। ਸਾਰਾ ਸੰਸਾਰ ਹੀ ਸੱਚੇ ਪਾਤਸ਼ਾਹ ਨੇ ਮਿੱਥਿਆ ਦਿਖਾਇਆ। ਗਰੀਬ ਨਿਵਾਜ ਜੀ ਨੇ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਰ ਮਾਨੈ, ਅਚਰਜ ਲਖਿਓ ਨਾ ਜਾਈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਸੰਸਾਰ ਇਹ ਜਗ ਧੂਏ ਕਾ ਪਹਾੜ, ਤੇ ਸਾਚਾ ਮਾਨਿਆ ਕਿਹ ਵਿਚਾਰ। ਐਸੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਾਣੀ ਦੇ ਵਿੱਚੋਂ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਜਿਹੜੇ ਜਿਹੜੇ ਪ੍ਰਾਣੀ ਮਾਤਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਐਸੀ ਅੰਮ੍ਰਿਤ ਦੀ ਵਰਖਾ ਨੂੰ ਪ੍ਰਾਪਤ ਕਰਦੇ ਹੈ, ਉਹਨਾਂ ਵਿੱਚ ਫਿਰ ਸਾਧ ਸੰਗਤ ਜੀ ਨਾਮ ਰਸ ਜਿਹੜਾ ਹੈ ਨਾ, ਉਹ ਇਕੱਠਾ ਹੋਣ ਲੱਗ ਜਾਂਦਾ ਹੈ। ਜਿਵੇਂ ਰਸ ਭਰਦਾ ਨਾ ਫਲਾਂ ਵਿੱਚ ਚੰਦਰਮੇ ਦੀਆਂ ਕਿਰਨਾਂ ਤੋਂ ਅੰਮ੍ਰਿਤ ਪ੍ਰਾਪਤ ਕਰਕੇ, ਇਵੇਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੋਂ, ਬਾਣੀ ਦੀਆਂ ਕਿਰਨਾਂ ਤੋਂ, ਕਿਉਂਕਿ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਸਤਿਗੁਰੂ ਜੀ ਦੀ ਬਾਣੀ ਅੱਜ ਵੀ ਕਿਰਨਾਂ ਸ਼ਾਂਤੀ ਦੀਆਂ ਬਖਸ਼ਿਸ਼ ਕਰਦੀ ਹੈ। ਉਹਨਾਂ ਬਾਣੀ ਦੀਆਂ ਕਿਰਨਾਂ ਵਿੱਚੋਂ ਅੱਜ ਵੀ ਅੰਮ੍ਰਿਤ ਵਰਦਾ ਹੈ। ਤੇ ਜਿਹੜੇ ਫਿਰ ਇਸ ਪ੍ਰਕਾਰ ਫਲਾਂ ਦੀ ਨਿਆਈ ਸਤਿਗੁਰੂ ਰੂਪੀ ਚੰਦਰਮਾ ਦੇ ਸਾਹਮਣੇ ਹੁੰਦੇ ਹੈ, ਉਹਨਾਂ ਦੇ ਅੰਦਰ ਅੱਜ ਵੀ ਨਾਮ ਦਾ ਰਸ ਜਿਹੜਾ ਹੈ ਨਾ, ਮਹਾਰਾਜ ਦੀ ਬਾਣੀ ਦੀਆਂ ਕਿਰਨਾਂ ਤੋਂ ਪੈਦਾ ਹੋ ਜਾਂਦਾ ਹੈ। ਸੋ ਸੀਤਲਤਾ ਸੁਖ ਤਾਉਨ ਸੁਭਾਈ। ਫਿਰ ਇਸ ਪ੍ਰਕਾਰ ਸ਼ੀਤਲਤਾ ਠੰਡਕ ਮੰਨੀ ਗਈ ਹੈ ਚੰਦਰਮਾ ਦੇ ਅੰਦਰ। ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਹਜੂਰ ਇੰਨੀ ਠੰਡਕਤਾ ਦੇ ਦੇਣ ਵਾਲੇ ਹੈ ਕਿ ਤਪਦੇ ਹਿਰਦੇ ਵੀ ਵਿਕਾਰਾਂ ਨਾਲ ਸ਼ਾਂਤ ਹੋ ਜਾਂਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹੋ ਜਿਹੀ ਠੰਡਕ ਦਿੰਦੇ ਆ। ਚੰਦਰਮਾ ਨੂੰ ਵੇਖ ਕੇ ਤਾਂ ਬਿਰਹੋ ਵਾਲੀਆਂ ਇਸਤਰੀਆਂ ਦਾ ਹੋਰ ਵਿਯੋਗ ਵਿਛੋੜਾ ਵੱਧਦਾ, ਉਹਨਾਂ ਨੂੰ ਤਪਾਉਂਦਾ ਹੈ ਚੰਦਰਮਾ। ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਤਾਂ ਇਹੋ ਜਿਹੀ ਸੀਤਲਤਾ ਦਿੰਦੇ ਹੈ ਕਿ ਵਿਕਾਰਾਂ ਤੋਂ ਹਿਰਦਾ ਸ਼ਾਂਤ ਹੋ ਜਾਂਦਾ ਹੈ। ਸੀਤਲਤਾ ਫਿਰ ਪੜੋ। ਸੋ ਸੀਤਲਤਾ ਸੁਖ ਤਾਉਨ ਸੁਭਾਈ। ਤੇ ਇਹੋ ਜਿਹੀ ਸੀਤਲਤਾ ਠੰਡਕਤਾ ਦੇਣ ਵਾਲੇ ਹੈ ਕਿ ਸੁਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਪ੍ਰਕਾਰ ਰਸਨਾ ਤੋਂ ਜਿਹੜਾ ਹੈ ਹਜੂਰ ਦੀ ਬਾਣੀ ਤੋਂ ਸੋਭਾ ਪਾ ਰਿਹਾ ਹੈ। ਆਤਮਕ ਆਨੰਦ ਦਾ ਸੁਖ ਜਿਹੜਾ ਹੈ ਗੁਰਸਿੱਖਾਂ ਨੂੰ ਪ੍ਰਾਪਤ ਹੁੰਦਾ ਹੈ, ਪਾ ਕੇ ਨਿਹਾਲ ਹੁੰਦੇ ਆ। ਗਤ ਸਾਧਨ ਕੈਰਵ ਕੋ ਬਿਗਸਾਵਤ। ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪ੍ਰਕਾਰ ਜਿਹੜੀ ਗਤ ਮੁਕਤੀ ਦਿੰਦੇ ਹੈ। ਜਿਹੜੀਆਂ ਇਸ ਪ੍ਰਕਾਰ ਕਮੀਆਂ ਹਨ ਨਾ, ਚੰਦਰਮਾ ਕਮੀਆਂ ਨੂੰ ਖੜਾਉਂਦਾ ਹੈ ਨਾ, ਰਾਤ ਨੂੰ ਜਿਹੜੀਆਂ ਕਮੀਆਂ, ਕੈਰਵ ਕਮੀਆਂ ਨੂੰ ਕਹਿੰਦੇ ਆ, ਉਹ ਖਿੜ ਜਾਂਦੀਆਂ ਹਨ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਹੜੀਆਂ ਕਮੀਆਂ ਨੂੰ ਖੜਾਉਂਦੇ ਹੈ?
ਜਿਹੜੇ ਸਾਧਨ ਕਰਦੇ ਆ ਨਾ, ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨਾਂ ਨੂੰ ਮੁਕਤੀ ਦੇ ਕੇ ਗਰੀਬ ਨਵਾਜ ਖੇੜਾ ਬਖਸ਼ਿਸ਼ ਕਰਦੇ ਆ, ਖੜਾ ਦਿੰਦੇ ਸੱਚੇ ਪਾਤਸ਼ਾਹ ਉਹਨਾਂ ਨੂੰ। ਜਦੋਂ ਮਹਾਰਾਜ ਜੀ ਨੇ ਪੂਰਬ ਦੀ ਦਿਸ਼ਾ ਦੀ ਯਾਤਰਾ ਕੀਤੀ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਉਹ ਸੋਢੀਆਂ ਦੇ ਈਰਖਾ ਕਰਨ ਤੋਂ ਮਹਾਰਾਜ ਨੇ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਉਦੋਂ ਮਹਾਰਾਜ ਛੱਡ ਦਿੱਤਾ ਸੀ ਸੱਚੇ ਪਾਤਸ਼ਾਹ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਉਦੋਂ ਅਵਤਾਰ ਨਹੀਂ ਸੀ ਅਜੇ ਹੋਇਆ। ਹਜੂਰ ਜਦੋਂ ਆਪਣੇ ਅਵਤਾਰ ਧਾਰਨ ਦਾ ਕਾਰਨ ਲਿਖਿਆ ਤੇ ਮਹਾਰਾਜ ਜੀ ਨੇ ਲਿਖਿਆ, ਮੁਰਪਿਤ ਪੂਰਬ ਕੀਅਸ ਪਿਆਨਾ। ਮਹਾਰਾਜ ਕਹਿੰਦੇ ਮੇਰੇ ਪਿਤਾ ਜੀ ਨੇ ਪੂਰਬ ਦੀ ਦਿਸ਼ਾ ਵੱਲ ਨੂੰ ਚਾਲਾ ਮਾਰਿਆ। ਬੜੀਆਂ ਸੰਗਤਾਂ ਮਹਾਰਾਜ ਨੂੰ ਪਿਆਰ ਨਾਲ ਯਾਦ ਕਰਦੀਆਂ। ਜਦੋਂ ਸੱਚੇ ਪਾਤਸ਼ਾਹ ਜੀ ਨੇ ਪੂਰਬ ਦੀ ਦਿਸ਼ਾ ਨੂੰ ਚਾਲਾ ਮਾਰਿਆ, ਕੀ ਮੁਸਲਮਾਨ ਫਕੀਰ, ਕੀ ਸਨਾਤਨੀ ਮਤ ਦੇ ਸਾਧੂ, ਕੀ ਉਦਾਸੀ, ਕੀ ਇਸ ਪ੍ਰਕਾਰ ਜਿਹੜੇ ਸੀ ਬੈਰਾਗੀ ਤਿਆਗੀ, ਸਭ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਨਾਲ ਗਰੀਬ ਨਵਾਜ ਜੀ ਦੇ, ਕਿਉਂਕਿ ਸਤਿਗੁਰੂ ਜੀ ਦੇ ਕੋਲੋਂ ਉਹਨਾਂ ਨੂੰ ਜਿਹੜਾ ਹੈ ਉਹ ਨਾਮ ਦਾ ਸੁੱਖ ਪ੍ਰਾਪਤ ਹੁੰਦਾ, ਗਤ ਮੁਕਤੀ ਪ੍ਰਾਪਤ ਹੁੰਦੀ ਹੈ। ਜਿਵੇਂ ਚੰਦਰਮਾ ਕਮੀਆਂ ਨੂੰ ਖੜਾਉਂਦਾ ਨਾ, ਇਵੇਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨਾਮ ਦੀ ਸਾਧਨਾ ਕਰਨ ਵਾਲਿਆਂ ਨੂੰ ਖੇੜਾ ਦਿੰਦੇ ਆ ਗਰੀਬ ਨਵਾਜ। ਦਾਸ ਹਿਰਦਾ ਨਭ ਬੀਚ ਸੁਹਾਈ। ਤੇ ਇਹ ਜਿਹੜਾ ਇਸ ਪ੍ਰਕਾਰ ਚੰਦਰਮਾ ਫਿਰ ਆਕਾਸ਼ ਵਿੱਚ ਸ਼ੋਭਾ ਪਾਉਂਦਾ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਰੂਪੀ ਚੰਦਰਮਾ ਕਿੱਥੇ ਸ਼ੋਭਾ ਪਾਉਂਦਾ? ਕਹਿੰਦੇ ਆਪਣੇ ਸੇਵਕਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚ ਸੱਚੇ ਪਾਤਸ਼ਾਹ ਜੀ ਸ਼ੋਭਾ ਪਾਉਂਦੇ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਹਿਰਦੇ 'ਚ ਹੀ ਵਸਦੇ, ਜਿਵੇਂ ਚਾਚਾ ਫੱਗੂ ਜੀ ਦੇ ਹਿਰਦੇ ਵਿੱਚ ਵਸਦੇ ਸੀ, ਜਿਵੇਂ ਜਗਤਮਲ ਸੇਠ ਦੇ ਹਿਰਦੇ ਵਿੱਚ ਸੱਚੇ ਪਾਤਸ਼ਾਹ ਵਸਦੇ ਸੀ, ਜਿਵੇਂ ਬਲਾਕੀ ਦਾਸ ਦੀ ਮਾਤਾ ਦੇ ਹਿਰਦੇ ਵਿੱਚ ਸੱਚੇ ਪਾਤਸ਼ਾਹ ਵਸਦੇ ਸੀ। ਗਰੀਬ ਨਵਾਜ ਦੇ ਦਰਸ਼ਨਾਂ ਨੂੰ ਇੰਨੀ ਤਰਸਦੀ ਸੀ, ਮਹਾਰਾਜ ਮੇਰੀ ਉਮਰ ਬਿਰਧ ਹੋ ਗਈ, ਮਹਾਰਾਜ ਪ੍ਰਾਣ ਪੰਖੇਰੂ ਹੋਣ ਤੋਂ ਪਹਿਲਾਂ ਆਪਣਾ ਦਰਸ਼ਨ ਬਖਸ਼ ਦਿਓ। ਉਹਦੇ ਪਿਆਰ ਦੀ ਖਿੱਚ ਸੱਚੇ ਪਾਤਸ਼ਾਹ ਨੂੰ ਇਹੋ ਜਿਹੀ ਪਈ ਕਿ ਮਹਾਰਾਜ ਢਾਕੇ ਪਹੁੰਚ ਗਏ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਰਸ਼ਨ ਦੇਣ ਵਾਸਤੇ। ਇਉਂ ਫਰਮਾਉਂਦੇ ਹਨ, ਫਿਰ ਪੜ੍ਹਦੇ ਹੋ ਗਤ ਸਾਧਨ ਕੈਰਵ ਕੋ ਬਿਗਸਾਵਤ। ਜਿਵੇਂ ਕੈਰਵ ਕਵੀਆਂ ਨੂੰ ਖੜਾਉਂਦਾ ਨਾ ਚੰਦਰਮਾ, ਇਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਸਿੱਖਾਂ ਰੂਪੀ ਕਵੀਆਂ ਨੂੰ ਗਰੀਬ ਨਵਾਜ ਸੱਚੇ ਪਾਤਸ਼ਾਹ ਜਿਹੜੇ ਸਾਧਨ ਕਰਦੇ ਆ ਉਹਨਾਂ ਨੂੰ ਮੁਕਤੀ ਦਾ ਦਾਨ ਦੇ ਕਰਕੇ ਨਾਮ ਦਾ ਆਤਮਾ ਦੇ ਆਨੰਦ ਦਾ ਖੇੜਾ ਦਿੰਦੇ ਹਨ। ਦਾਸ ਹਿਰਦਾ ਨਭ ਬੀਚ ਸੁਹਾਈ। ਤੇ ਸੇਵਕਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਰੂਪੀ ਚੰਦਰਮਾ ਸ਼ੋਭਾ ਪਾਉਂਦਾ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਪਿਆਰੇ ਸਿੱਖਾਂ ਦੇ ਹਿਰਦੇ ਵਿੱਚ ਗਰੀਬ ਨਵਾਜ ਜੀ ਦਾ ਵਾਸ ਹੈ। ਤਪਤੰ ਦੁਖ ਤੀਰ ਨ ਆਵਤ ਹੈ। ਜਿਵੇਂ ਕਹਿੰਦੇ ਤਪਸ਼ਨੀ ਨੇੜੇ ਆਉਂਦੀ ਫਿਰ ਚੰਦਰਮਾ ਦੇ, ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਰੂਪੀ ਚੰਦਰਮਾ ਦੇ ਦੁੱਖ ਰੂਪੀ ਤਪਸ਼ ਨੇੜੇ ਨਹੀਂ ਆਉਂਦੀ ਹੈ। ਸੱਚੇ ਪਾਤਸ਼ਾਹ ਨੇ ਕਿਹਾ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਕਿ ਕਿਵੇਂ ਦੁੱਖ ਆ ਸਕਦਾ ਸੱਚੇ ਪਾਤਸ਼ਾਹ ਜੀ ਦੇ ਨੇੜੇ, ਜਿਨ੍ਹਾਂ ਦੇ ਇੱਕ ਦ੍ਰਿਸ਼ਟੀ ਨਾਲ ਹੀ ਪੁਰਾਣੀ ਮਾਤਰ ਦੁੱਖਾਂ ਸੁੱਖਾਂ ਤੋਂ ਪਰੇ ਹੋ ਜਾਂਦੇ ਆ, ਜਿਨ੍ਹਾਂ ਦੀ ਬਾਣੀ ਐਸੀ ਬੈਰਾਗਮਈ ਹੈ ਕਿ ਦੁੱਖ ਆ ਹੀ ਨਹੀਂ ਸਕਦਾ, ਦੁੱਖ ਪੋਹ ਹੀ ਨਹੀਂ ਸਕਦਾ, ਸੁੱਖਾਂ ਦੀ ਚੇਸ਼ਟਾ ਹੀ ਨਹੀਂ ਰਹਿੰਦੀ ਹੈ। ਇਹ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਰੂਪੀ ਚੰਦਰਮਾ ਦੇ ਨੇੜੇ ਦੁੱਖਾਂ ਰੂਪੀ ਤਪਸ਼ਨੀ, ਜਿਵੇਂ ਚੰਦਰਮਾ ਦੇ ਨੇੜੇ ਤਪਸ਼ਨੀ ਆਉਂਦੀ ਹੈ। ਚਿਤ ਚਾਰ ਚਕੋਰ ਰਹਿ ਲਿਵਲਾਈ। ਤੇ ਫਿਰ ਜਿਹੜੀਆਂ ਚਕੋਰਾਂ ਹਨ ਉਹ ਚੰਦਰਮਾ ਵੱਲ ਇੱਕ ਸੁਰਤ ਲਾ ਕਰਕੇ ਇੱਕ ਟੱਕ ਵੇਖਦੀਆਂ ਰਹਿੰਦੀਆਂ ਨੇ, ਜਿਨ੍ਹਾਂ ਦੇ ਚਿੱਤ ਵਿੱਚ ਸੱਚੇ ਪਾਤਸ਼ਾਹ ਆਪ ਜੀ ਦੇ ਪਿਆਰ ਦੀ ਪ੍ਰੀਤੀ ਲੱਗ ਗਈ ਹੈ ਨਾ, ਉਹ ਚਕੋਰਾਂ ਦੀ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪ ਦੇ ਦਰਸ਼ਨਾਂ ਨੂੰ ਵੇਖਦੇ ਰਹਿੰਦੇ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਇਹੋ ਜਿਹੇ ਪਿਆਰੇ ਦਰਸ਼ਨ ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਦਿੱਲੀ ਆਏ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਤੇ ਹਜੂਰ ਨੂੰ ਐਸੇ ਪਿੰਜਰੇ ਵਿੱਚ ਨਰੰਗੇ ਨੇ ਕੈਦ ਕੀਤਾ ਸੀ, ਜਿਹਨੂੰ ਜਿਹੜਾ ਸੀ ਜ਼ਹਿਰ ਦੀਆਂ ਪੁੱਠਾਂ ਦੇ ਕਰਕੇ ਕਿੱਲ ਤਿੱਖੇ ਤਿੱਖੇ ਅੰਦਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਪਿੰਜਰੇ ਵਿੱਚ ਕੈਦ ਸਨ, ਇੰਨੀ ਸੰਗੀਨ ਥਾਂ ਸੀ, ਮਹਾਰਾਜ ਪਾਸਾ ਨਹੀਂ ਸੀ ਵੱਟ ਸਕਦੇ। ਜਰਾ ਕੁ ਪਾਸਾ ਵੱਟਣ ਤੇ ਉਹ ਕਿੱਲ ਜ਼ਹਿਰ ਭਰਿਆ ਜਿਹੜਾ ਹੈ, ਜ਼ਹਿਰ ਜ਼ਹਿਰੀਲਾ ਕਿੱਲ ਵੱਜੇ ਤੇ ਸ਼ਹੀਦੀ ਦਾ ਕਾਰਨ ਵਾਪਰ ਸਕਦਾ ਹੈ। ਐਸੀ ਸੰਗੀਨ ਥਾਂ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਖੜੇ। ਦਿੱਲੀ ਦੇ ਸਿੱਖਾਂ ਦੀ ਭਾਵਨਾ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ ਕਿ ਇੱਕ ਪਰਿਵਾਰ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਜ਼ੋਈ ਕੀਤੀ, ਮਹਾਰਾਜ ਬਹੁਤ ਗਰੀਬ ਹਾਂ, ਸੱਚੇ ਪਾਤਸ਼ਾਹ ਆਪ ਜੀ ਦੀ ਸੇਵਾ ਨਹੀਂ ਕਰ ਸਕਦੇ, ਪਰ ਮਹਾਰਾਜ ਸਾਡੇ ਦਿਲ ਦੀ ਭਾਵਨਾ ਹੈ ਕਿ ਮਹਾਰਾਜ ਸਾਡੇ ਆਪ ਘਰ ਚਰਨ ਪਾਓ।
ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਸਿੱਖਾਂ ਸਮੇਤ ਉੱਥੇ ਪਹੁੰਚੇ। ਉੱਧਰੋਂ ਦਿੱਲੀ ਦੇ ਕਾਰਾਗ੍ਰਹਿ ਵਿੱਚ ਵੀ ਮਹਾਰਾਜ ਪਿੰਜਰੇ ਵਿੱਚ ਵੀ ਦਿਸ ਰਹੇ ਹੈ, ਉਧਰ ਸਿੱਖ ਦੇ ਘਰ ਪ੍ਰਸ਼ਾਦ ਪਾ ਰਹੇ ਸੱਚੇ ਪਾਤਸ਼ਾਹ ਜੀ ਮਹਾਰਾਜ। ਜਦੋਂ ਗਏ ਆ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ, ਇੰਨੀ ਭਾਵਨਾ ਨਾਲ ਸਿੱਖਾਂ ਨੇ ਪ੍ਰਸ਼ਾਦ ਛਕਾਇਆ। ਉਹ ਸਿੱਖ ਦੀ ਘਰਵਾਲੀ ਪਿਆਰ ਵਿੱਚ ਲਿਖਿਆ ਕਿ ਐਡੀ ਬੌਰੀ ਹੋ ਗਈ, ਖੀਰ ਵਿੱਚ ਖੰਡ ਦੀ ਥਾਂ ਤੇ ਲੂਣ ਪਾਤਾ। ਜਦੋਂ ਮਹਾਰਾਜ ਸਾਹਿਬ ਜੀ ਨੇ ਉਹ ਖੀਰ ਛਕੀ ਹੈ ਤੇ ਫਿਰ ਉਹ ਗਵਾਂਢਣ ਜਿਹੜੀ ਸੀ ਉਹ ਚਾਤਰ, ਉਹਨੇ ਵੇਖਿਆ ਕਿ ਤਾਂ ਜਦੋਂ ਚੱਖ ਲਈ ਉਹਨੇ ਖੀਰ ਤਾਂ ਕਿਹਾ ਇਹ ਤਾਂ ਭਈ ਤੂੰ ਭੁਲੇਖੇ ਨਾਲ ਖੰਡ ਦੀ ਥਾਂ ਲੂਣ ਪਾਤਾ। ਉਹਨੇ ਬੜੀ ਜਲਦੀ ਨਾਲ ਫਿਰ ਛੇਤੀ ਨਾਲ ਖੰਡ ਪਾ ਕੇ ਖੀਰ ਵਿੱਚ ਮਹਾਰਾਜ ਦੇ ਭੇਟ ਕੀਤੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ, ਜਿਹੜਾ ਪਹਿਲੀ ਖੀਰ ਦੀ ਬਾਟੀ ਵਿੱਚੋਂ ਸਵਾਦ ਆਇਆ ਉਹੋ ਜਿਹਾ ਰਸ ਇਹਦੇ ਚੋਂ ਨਹੀਂ ਆਇਆ। ਜਦੋਂ ਸੱਚੇ ਪਾਤਸ਼ਾਹ ਹੱਥ ਸੁੱਚੇ ਕਰਕੇ ਉੱਠੇ ਗਰੀਬ ਨਵਾਜ਼ ਜੀ, ਕੀ ਵੇਖਿਆ ਕਿ ਉਹਨਾਂ ਨੇ ਜਿਹੜਾ ਪਲੰਘਾ ਸੀਗਾ ਉਹਦੇ ਪੈਂਦ ਵਾਲੇ ਪਾਸੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਬੈਠਣ ਲਈ ਵਿਛਾਈ ਵੀ ਨਾ ਸੀਗੀ। ਬੜੀ ਛੇਤੀ ਨਾਲ ਵਿਛਾਈ ਕੀਤੀ। ਹਜੂਰ ਕਹਿੰਦੇ ਜਿਹੜੇ ਪਿਆਰ ਦੇ ਸੇਜਾਂ ਹੁੰਦੀਆਂ ਨਾ ਉਹ ਬਹੁਤ ਕੋਮਲ ਹੁੰਦੀਆਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਿੱਖਾਂ ਦੇ ਪਿਆਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਭਾਗ ਲਾਉਂਦੇ ਹੈ। ਪਦਾਰਥਾਂ ਨਾਲ ਖੁਸ਼ੀ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਲਈ ਜਾ ਸਕਦੀ, ਪ੍ਰੇਮ ਕਰਕੇ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇੱਥੇ ਕਵੀਰਾਜ ਕਹਿੰਦੇ ਨੇ ਜਿਵੇਂ ਚੰਦਰਮਾ ਨੂੰ ਚਕੋਰਾਂ ਵੇਖਦੀਆਂ ਨੇ ਇੱਕ ਪ੍ਰੀਤ ਲਾ ਕਰਕੇ, ਮਹਾਰਾਜ ਜਿਨ੍ਹਾਂ ਨੂੰ ਤੁਸੀਂ ਪ੍ਰੀਤ ਲਾ ਦਿੱਤੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹ ਚਕੋਰਾਂ ਦੀ ਤਰ੍ਹਾਂ ਬੜੀ ਪ੍ਰੀਤ ਲਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪ ਦੇ ਦਰਸ਼ਨ ਵੇਖਦੇ ਹਨ। ਗੁਰ ਤੇਗ ਬਹਾਦਰ ਸੋਹਤ ਚੰਦ ਸੇ, ਕਹਿੰਦੇ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸੋਭ ਰਹੇ ਨੇ ਚੰਦਰਮਾ ਵਰਗੇ। ਚੰਦਰਮਾ ਤਾਂ ਵੇਖ ਲਓ ਇੱਕ ਅੰਗੀ ਦ੍ਰਿਸ਼ਟਾਨ ਦਿੱਤਾ ਹੈ, ਪਰ ਚੰਦਰਮਾ ਦੁੱਖ ਨਹੀਂ ਨਾ ਦੂਰ ਕਰ ਸਕਦਾ ਹੈ। ਚੰਦਰਮਾ ਜਿਹੜਾ ਇਸ ਪ੍ਰਕਾਰ ਗਿਆਨ ਨਹੀਂ ਦੇ ਸਕਦਾ ਹੈ ਨਾ, ਇਹ ਇੱਕ ਇੱਕ ਅੰਗ ਤੋਂ ਲੈ ਕਰਕੇ ਕਵੀਰਾਜ ਨੇ ਦੱਸਿਆ ਕਿ ਸੱਚੇ ਪਾਤਸ਼ਾਹ ਮਹਾਰਾਜ ਕਿਵੇਂ ਸਿੱਖਾਂ ਨੂੰ ਨਾਮ ਅੰਮ੍ਰਿਤ ਦੀ ਦਾਤ ਦਿੰਦੇ ਆ, ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਵਿਸ਼ਿਆਂ ਤੋਂ ਬਲਦੇ ਮਨ ਠੰਡੇ ਕਰ ਦਿੰਦੇ ਆ। ਇਉਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਚੰਦਰਮਾ ਵਾਂਗੂ ਸੋਭ ਰਹੇ ਹਨ। ਹੀਨ ਕਲੰਕ ਇਹੀ ਅਦਕਾਈ, ਕਹਿੰਦੇ ਨੇ ਪਰ ਵੱਧ ਹਨ ਚੰਦਰਮਾ ਤੋਂ। ਉਹ ਕੀ ਹੈ? ਕਹਿੰਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਨੇਕ ਕਲੰਕ ਹਨ, ਚੰਦਰਮਾ ਕਲੰਕੀ ਹੈ। ਉਹ ਗੌਤਮ ਰਿਸ਼ੀ ਨੇ ਹੀ ਉਹਨੂੰ ਕਲੰਕ ਲਾਇਆ, ਜਾਂ ਵਾਧਾ ਘਟਦਾ ਰਹੇਗਾ, ਜਾਂ ਇਹ ਦਾਗ ਰਹੇਗਾ ਤੇਰੇ ਤੇ। ਉਹਦੇ ਇਸ ਪ੍ਰਕਾਰ ਜਿਹੜਾ ਬ੍ਰਹਸਪਤ ਸੀਗਾ ਉਹਨੇ ਦਿੱਤਾ ਸੀ ਇਹਨੂੰ ਕਿ ਤੂੰ ਵਾਧਾ ਘਟਦਾ ਰਹੇਗਾ। ਇਹ ਕਲੰਕੀ ਹੈ ਚੰਦਰਮਾ। ਪਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤਾਂ ਕਲੰਕਾਂ ਨੂੰ ਧੋ ਦੇਣ ਵਾਲੇ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਜਿਸ ਸਿੱਖ ਨੇ ਪਾਪਾਂ ਦੇ ਗ੍ਰਸੇ ਹੋਏ ਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਦਾ ਆਸਰਾ ਲਿਆ ਹੈ। ਜਿਸ ਪ੍ਰਾਣੀ ਨੇ ਆਸਰਾ ਲਿਆ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਪਾਂ ਨੂੰ ਧੋ ਦੇਣ ਵਾਲੇ ਗਰੀਬ ਨਵਾਜ਼ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਹਜ਼ੂਰ ਦੇ ਸਰੂਪ ਵਿੱਚ ਕੋਈ ਕਲੰਕ ਨਹੀਂ, ਕੋਈ ਦੋਸ਼ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਦੋਸ਼ਾਂ ਤੋਂ ਰਹਿਤ ਹਨ, ਕਲੰਕਾਂ ਤੋਂ ਰਹਿਤ ਹਨ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਨਾਮ ਦਾ ਮੰਗਲਾ ਚਰਨ ਕੀਤਾ, ਹਜ਼ੂਰ ਦੇ ਚਰਨਾਂ ਨੂੰ ਪਰਸਿਆ ਹੈ। ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਸਤਿਗੁਰੂ ਜੀ ਦੀ ਮਹਿਮਾ ਬਹੁਤ ਪਿਆਰ ਸ਼ਰਧਾ ਤੇ ਭਾਵਨਾ ਨਾਲ ਕਵੀਰਾਜ ਜੀ ਨੇ ਕੀਤੀ ਹੈ। ਮਹਾਨ ਕਵੀ ਭਾਈ ਸੰਤੋਖ ਸਿੰਘ ਜੀ ਨੂੰ ਵੀ ਨਮਸਕਾਰ ਹੈ, ਕਿਉਂਕਿ ਸਤਿਗੁਰਾਂ ਜੀ ਦੇ ਪਿਆਰ ਵਿੱਚ ਭਿੱਜ ਕੇ ਜਦੋਂ ਗੁਰੂ ਜੀ ਦਾ ਜਸ ਕਰਦੇ ਹੈ ਉਹ ਵੀ ਮਹਾਨ ਹੋ ਜਾਂਦੇ ਹੈ, ਪਾਰਸ ਨਾਲ ਜੁੜ ਕੇ ਸੋਨਾ ਹੀ ਹੋ ਜਾਂਦੇ ਹੈ। ਇਉਂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਵਡਿਆਈ ਕੀਤੀ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਤੇ ਅਸੀਂ ਵੀ ਬੰਦਨਾ ਕਰੀਏ, ਨਮਸਕਾਰ ਕਰੀਏ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਤੇ। ਮਹਾਰਾਜ ਜੀ ਦੀ ਸਿੱਖੀ ਸਾਨੂੰ ਪ੍ਰਾਪਤ ਹੋਵੇ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਰਹਿਮਤ ਕਰਨੀ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਤਬ ਤੰਗ ਦੁਖ ਤੀਰ ਨ ਆਵਤ ਹੈ, ਚਿਤ ਚਾਰ ਚਕੋਰ ਰਹਿ ਲਿਵਲਾਈ। ਗੁਰ ਤੇਗ ਬਹਾਦਰ ਸੋਹਤ ਚੰਦ ਸੇ, ਹੀਨ ਕਲੰਕ ਇਹੀ ਅਦਕਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ
हे संगी हे निरंकार हे निर्गुण सब ਟੇਕ हे गोबिंद हे गुण निधान जाकै सदा ਬਬੇਕ हे अपरंपर हर हरे हह पी होवन ਹਾਰ हे संतह कै सदा संग निधारा ਆਧਾਰ हे ठाकुर हूँ दास रो मैं निर्गुण गुण नहीं ਕੋਏ नानक दीजै नाम दान राखो हियै ਪਰੋਏ आए प्रभ शरणागति कृपा निध ਦਇਆਲ एक अखर हर मन बस्त नानक होत ਨਿਹਾਲ वाहिगुरु नाम जहाज है चढ़े सो तरे ਪਾਰ जो शरधा कर सेवंदे गुर पार उतारन ਹਾਰ कथा निता प्रत ਹੋਤ ਹੈ सुनो सो सिंह सुजान नानक गुरु गोबिंद सिंह जी सदा करै कल्याण नानक गुरु गोबिंद सिंह जी सदा करै कल्याण वाहिगुरु जी का खालसा वाहिगुरु जी की फतेह।